श्री नानक पद पंकज बंदन सिमराओ अंगद दुख निकंदन अमरदास गुर हृदय त्यागा श्री गुरु रामदास गुण गावा। श्री अर्जन विघ्नन के नासक हर गोबिंद शुभ सुमत प्रकाशक श्री हर राय नमो कर जोरी। गुर हर कृष्ण मनाओ बोहरी। तेग बहादुर परम कृपाला दसवें गोबिंद सिंह विशाला। तरो तरा तर पुन पुन सीसा बंदा वार वार जगदीसा। जिसमें है अमृत ज्ञान है मानुख भगत बैराग। गुरु ग्रंथ साहिब उदद बंदा कर अनुराग। एकंकारा सतगुरु तेह प्रसाद सच होए। वाहिगुरु जी की फतेह है। विघ्न विनाशन वाहिगुरु जी की फतेह है। विघ्न विनाशन सोए। सतनाम श्री वाहिगुरु साहिब जी। मम घर आए आनंदत रह तो कल्याण हमारी है। निकट कपाटन के जप गयो हाथन साथ हलावत भयो। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਦੇ ਖਜ਼ਾਨੇ, ਨਾਮ ਦੇ ਸੋਮੇ, ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਹੋ ਕੇ ਪਿਛਲੇ ਪਹਿਰ ਦੇ ਸੁੰਦਰ ਦੀਵਾਨਾਂ ਦਾ ਆਨੰਦ ਮਾਣ ਰਹੇ ਸਰਬੱਤ ਸਤ ਸੰਗੀ ਜਨੋ, ਗੁਰੂ ਸਾਹਿਬ ਜੀ ਦੀ ਅਪਾਰ ਅਪਾਰ ਕਿਰਪਾ ਹੈ ਆਪ ਜੀਆਂ ਤੇ। ਨਿਤਾ ਪ੍ਰਤ ਬਿਨਾ ਨਾਗਾ, ਬੜੇ ਹੀ ਚਾਅ ਤੇ ਉਦਮ ਸਦਕਾ ਸ਼ਾਮ ਦੇ ਦੀਵਾਨਾਂ ਵਿੱਚ ਜੁੜ ਬੈਠਦੇ ਹੋ। ਅੱਜ ਵੀ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ, ਸ੍ਰੇਸ਼ਟ ਸਮਾਂ ਪ੍ਰਾਪਤ ਹੋਇਆ ਸਤ ਸੰਗ ਦਾ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਬੜੇ ਹੀ ਸਤਿਕਾਰ ਸਹਿਤ ਆਪ ਜੀਆਂ ਨੇ ਸਰਵਣ ਕੀਤਾ ਸੀ। ਰਾਜਾ ਜੈ ਸਿੰਘ ਸਵਾਈ ਆਪਣੇ ਮਹਿਲਾਂ ਵਿੱਚ ਤਿਆਰੀ ਪੂਰੀ ਕਰਕੇ ਜਿਉਂ ਹੀ ਸਤਿਗੁਰਾਂ ਦੀ ਤਰਫ ਨੂੰ ਚੱਲਿਆ, ਗੁਰੂ ਸਾਹਿਬ ਸਭ ਕੁਝ ਜਾਣ ਗਏ। ਸਤਿਗੁਰ ਜੀ ਮਨ ਕਰਕੇ ਬਾਰ-ਬਾਰ ਸੋਚ ਰਹੇ ਵੀ ਜਿਸ ਇਨਸਾਨ ਤੇ ਵਿਸ਼ਵਾਸ ਕਰਕੇ, ਜਿਹਨੂੰ ਪ੍ਰੇਮ ਕਰਕੇ ਦਿੱਲੀ ਆਏ, ਅੱਜ ਉਹੀ ਸਾਡਾ ਥਾਂ ਤੇ ਅੰਤ ਲੈਣ ਤੇ ਆ ਗਿਆ। ਬੜਾ ਮਨ ਸਤਿਗੁਰਾਂ ਦਾ ਵੈਰਾਗੀ ਹੋਇਆ, ਉਦਾਸ ਹੋਇਆ। ਉੱਠ ਕੇ ਸਤਿਗੁਰ ਜੀ ਇੱਕ ਕੋਠੇ ਵਿੱਚ ਆਣ ਛੁਪੇ ਨੇ, ਅੰਦਰੋਂ ਲਾ ਲਿਆ ਤਾਲਾ, ਸੰਗਲੀ ਲਾਈ ਹੋਈ ਹੈ, ਦਰਵਾਜ਼ਾ ਬੰਦ ਹੈ। ਥੋੜੀ ਦੇਰ ਬਾਅਦ ਰਾਜਾ ਜੈ ਸਿੰਘ ਸਵਾਈ ਚੱਲ ਕੇ ਸਭਾ ਚ ਆਇਆ। ਸਤਿਗੁਰ ਕਿਤੇ ਨਜ਼ਰ ਨਹੀਂ ਆਉਂਦੇ, ਬੜੀ ਦੂਰ ਦੂਰ ਤੱਕ ਲੱਭੇ। 1.5-2 ਘੰਟੇ ਸਤਿਗੁਰਾਂ ਦੀ ਉਡੀਕ ਕਰਦਾ ਰਿਹਾ, ਪਰ ਸਤਿਗੁਰ ਜੀ ਸਭਾ ਵਿੱਚ ਨਹੀਂ ਆਏ। ਕੋਸ਼ਿਸ਼ ਕਰਕੇ ਪਤਾ ਕੀਤਾ ਗੁਰੂ ਸਾਹਿਬ ਕਿੱਥੇ ਨੇ। ਆਖਰਕਾਰ ਪਤਾ ਲੱਗਿਆ ਸਤਿਗੁਰ ਸਾਹਮਣੇ ਵਾਲੇ ਇੱਕ ਕਮਰੇ ਦੇ ਵਿੱਚ ਨੇ। ਚੌਂਕੜਾ ਲਾ ਕੇ ਸਤਿਗੁਰ ਜੀ ਹੁਣ ਅੰਦਰ ਬਹਿ ਗਏ। ਰਾਜਾ ਜੈ ਸਿੰਘ ਸਵਾਈ ਦਰਵਾਜ਼ੇ ਤੇ ਖੜਾ, ਦਰਵਾਜ਼ਾ ਖਟਖਟਾਉਂਦਾ ਹੈ, ਪਰ ਗੁਰੂ ਸਾਹਿਬ ਜੀ ਕੋਈ ਜਵਾਬ ਨਹੀਂ ਦੇ ਰਹੇ। ਇੱਥੋਂ ਤੱਕ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਸੀ ਗੁਰ ਇਤਿਹਾਸ। ਆਓ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਰਸਨਾ ਕਰੋ ਪਵਿੱਤਰ ਅਦਬ ਸਹਿਤ ਜਪੋ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ। ਮਮ ਘਰ ਆਏ ਆਨੰਦਤ ਰਹਿ, ਤੋ ਕਲਿਆਣ ਹਮਾਰੀ ਹੈ। ਜਿਸ ਵੇਲੇ ਜੈਪੁਰ ਦਾ ਮਾਲਕ ਰਾਜਾ ਜੈ ਸਿੰਘ ਸਤਿਗੁਰਾਂ ਦੀ ਸਭਾ ਵਿੱਚ ਆਇਆ, ਪਤਾ ਲੱਗਿਆ ਗੁਰੂ ਸਾਹਿਬ ਇੱਕ ਕਮਰੇ ਦੇ ਵਿੱਚ ਨੇ, ਅੰਦਰੋਂ ਕੁੰਡੀ ਲਾਈ ਹੋਈ ਹੈ। ਮਾਨੀ ਮਨ ਸੋਚਦਾ ਆ ਸਤਿਗੁਰਾਂ ਦੀ ਉਮਰ ਛੋਟੀ ਹੈ, ਸ਼ਾਇਦ ਦਿਲ ਨਹੀਂ ਲੱਗਦਾ ਹੋਣਾ, ਉਦਾਸ ਹੋਣਗੇ, ਮੈਂ ਆਪਣੇ ਮਹਿਲਾਂ ਵਿੱਚ ਸਤਿਗੁਰਾਂ ਨੂੰ ਲੈ ਚੱਲਦਾ। ਬੜੀਆਂ ਰਾਣੀਆਂ ਨੇ ਉੱਥੇ ਜੋ ਸਤਿਗੁਰਾਂ ਨੂੰ ਖੜਾ ਵੀ ਲੈਣਗੀਆਂ। ਰਾਜੇ ਦੀ ਸ਼ਰਧਾ ਕੱਲ ਤੱਕ ਕੀ ਸੀ ਤੇ ਅੱਜ ਕੀ ਹੈ। ਇਸੇ ਕਰਕੇ ਮਨ ਤੇ ਰੁੱਤ ਦਾ ਪਤਾ ਹੀ ਨਹੀਂ ਕਦੋਂ ਬਦਲ ਜਾਣ। ਰੁੱਤਾਂ ਬਦਲਦੀਆਂ ਹਿਸਾਬ ਨਾਲ, ਪਰ ਮਨ ਦਾ ਵਿਸ਼ਵਾਸ ਨਹੀਂ ਕੋਈ। ਰੁੱਤਾਂ ਦਾ ਤੇ ਪਤਾ ਹੈ ਇੰਨੇ ਦਿਨ ਕੱਢੇ, ਇੰਨੇ ਸਮੇਂ ਬਾਅਦ ਆਏਗੀ। ਰਾਜਾ ਜੈ ਸਿੰਘ ਸਵਾਈ ਸੋਚਦਾ ਮੈਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਜਾਵਾਂਗਾ। ਦਰਵਾਜ਼ਾ ਖੜਖੜਾਉਂਦਾ, ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ। ਨਿਕਟ ਕਪਾਟਨ ਕੇ ਜਬ ਗਇਓ, ਆਥਨ ਸਾਥ ਹਲਾਵਤ ਭਇਓ। ਕਹਿੰਦੇ ਦਰਵਾਜ਼ਾ ਖੜਕਾ ਕੇ ਅਰਦਾਸ ਕਰਦਾ ਗੁਰੂ ਸਾਹਿਬ ਜੀ ਮੈਂ ਆ, ਜਿੱਥੇ ਮੈਂ ਆ ਗਈ ਉੱਥੇ ਤੂੰ ਕਿੱਥੇ। ਆਖੋ ਸਤਨਾਮ ਮਰਨ ਮੈਂ। ਰਾਜਾ ਜੈ ਸਿੰਘ ਸਵਾਈ ਬੜੇ ਹੀ ਮਾਣ ਦੇ ਨਾਲ ਸਤਿਗੁਰਾਂ ਨੂੰ ਆਵਾਜ਼ ਮਾਰਦਾ, ਮਹਾਰਾਜ ਤੁਹਾਡੇ ਨਾਲ ਤੇ ਪ੍ਰੀਤ ਮੇਰੀ ਇੰਨੀ ਜ਼ਿਆਦਾ ਹੈ, ਤੁਸੀਂ ਕਿਸੇ ਸਿੱਖ ਨੂੰ ਮਿਲੋ ਨਾ ਮਿਲੋ ਪਰ ਮੈਨੂੰ ਤੇ ਨਹੀਂ ਮੋੜ ਸਕਦੇ। ਮਾਣ ਆ ਗਿਆ ਵੀ ਸਤਿਗੁਰ ਜੀ ਤੇ ਮੈਨੂੰ ਇੰਨਾ ਪ੍ਰੇਮ ਕਰਦੇ ਨੇ, ਮੇਰੇ ਕਹੇ ਤੋਂ ਗੁਰੂ ਸਾਹਿਬ ਇੱਥੇ ਆਏ ਨੇ।
ਮਾਣ ਕਰਦਾ ਗੁਰੂ ਤੇ, ਪਰ ਕੰਮ ਉਲਟਾ ਹੋ ਗਿਆ, ਮਾਣ ਕਰ ਲਿਆ ਆਪਣੇ ਆਪ। ਫਿਰ ਦਰਵਾਜ਼ਾ ਖੜਕਾਇਆ, ਬਾਹਰੋਂ ਆਵਾਜ਼ ਦਿੱਤੀ ਹੈ, ਸਿੱਖਲ ਭਿੜੀ ਜਾਨ ਚਿਰ ਰਹਿਓ, ਹੇਤ ਕਾਰਨ ਕੇ ਸਭ ਕਹਿਓ। ਕਹਿੰਦੇ ਜਿਸ ਵੇਲੇ ਅੰਦਰੋਂ ਕੋਈ ਆਵਾਜ਼ ਨਹੀਂ, ਕੋਈ ਸ਼ੋਰ ਨਹੀਂ, ਕੋਈ ਦਰਵਾਜ਼ਾ ਖੜਕਿਆ ਨਹੀਂ, ਦਰਵਾਜ਼ੇ ਨੂੰ ਧੱਕਾ ਲਾ ਕੇ ਵੇਖਿਆ, ਅੰਦਰ ਹਨੇਰਾ, ਪਰ ਦਰਵਾਜ਼ੇ ਪਿੱਛੇ ਸੰਗਲੀ ਲੱਗੀ ਹੋਈ ਹੈ। ਰਾਜੇ ਨੇ ਫੇਰ ਹੱਥ ਮਾਰਿਆ ਦਰਵਾਜ਼ੇ ਤੇ, ਕਹਿੰਦਾ ਸਤਿਗੁਰ ਜੀ ਕੀ ਹੋਇਆ ਅੱਜ? ਅੱਗੇ ਤੇ ਚੰਗੇ ਭਲੇ ਆਪ ਜੀ ਹੱਸਦੇ ਹੋ, ਦੂਜਿਆਂ ਨੂੰ ਹਸਾਉਂਦੇ ਹੋ, ਅੱਜ ਉਦਾਸ ਕਿਉਂ ਲੱਗਦੇ ਹੋ? ਪ੍ਰਭ ਜੀ ਕਰੋ ਕਪਾਟ ਹਟਾਵਨ, ਦਾਸ ਜਾਨ ਦਿਓ ਦਰਸ਼ਨ ਪਾਵਨ। ਤੇ ਸਤਿਗੁਰ ਜੀ ਦਾਸ ਜਾਣ ਕੇ, ਸੇਵਕ ਜਾਣ ਕੇ ਮੈਨੂੰ ਦਰਸ਼ਨ ਦੇ ਦਿਓ, ਮੈਂ ਤੇ ਬੜੀ ਕਾਹਲੀ ਨਾਲ ਚੱਲ ਕੇ ਆਇਆ। ਰਾਜਾ ਸੋਚਦਾ ਹੈ ਵੀ ਮੈਂ ਤੇ ਸੋਚਿਆ ਸੀ ਮਰਦ ਨੂੰ 5 ਮਿੰਟਾਂ ਚ ਲੈ ਜੂ, ਲੱਗਦਾ ਟਾਈਮ ਖਰਾਬ ਹੋਣਾ ਇੱਥੇ। ਤੇ ਰਾਣੀਆਂ ਬੈਠੀਆਂ ਸਿੰਘਾਸਣਾਂ ਤੇ ਉਡੀਕਦੀਆਂ ਮਰਦ ਕਦੋਂ ਆਉਣਗੇ, ਕਦੋਂ ਪਰਖ ਕੇ ਵੇਖੀਏ। ਪਰ ਰਾਜਾ ਜੈ ਸਿੰਘ ਸਵਾਈ ਦਰਵਾਜ਼ੇ ਤੇ ਖੜਾ ਹੌਲੀ ਹੌਲੀ ਜੇ ਬੇਨਤੀਆਂ ਕਰਦਾ ਵੀ ਕਿਤੇ ਸਿੱਖ ਹੀ ਨਾ ਸੁਣ ਲੈਣ। ਆਸੇ ਪਾਸੇ ਸਿੱਖ ਸੁਣ ਕੇ ਹੱਸਣਗੇ ਵੀ ਅੱਜ ਰਾਜੇ ਦੀ ਇਹ ਹਾਲਤ ਕਿਉਂ ਹੋ ਗਈ। ਕਹਿੰਦਾ ਗੁਰੂ ਜੀ ਤੁਹਾਡੀ ਨਾਰਾਜ਼ਗੀ ਹੋਣੀ ਕਿਸੇ ਸਿੱਖ ਨਾਲ, ਮੇਰੇ ਨਾਲ ਤੇ ਕੋਈ ਨਹੀਂ, ਮੈਨੂੰ ਤੇ ਦਰਸ਼ਨ ਦੇ ਦਿਓ। ਦੋਏ ਤ੍ਰੈ ਬਾਰ ਕਾਰਨ ਕਰੇ, ਬੋਲੇ ਗੁਰਨਾ ਮੌਨਤਾ ਕਰੇ। ਕਹਿੰਦੇ ਸਤਿਗੁਰਾਂ ਨੇ ਕੋਈ ਜਵਾਬ ਨਹੀਂ ਦਿੱਤਾ, ਮੌਨ ਰਹੇ, ਚੁੱਪ ਰਹੇ। ਗੁਰਮੁਖੋ ਕਈਆਂ ਦੇ ਮਨ ਵਿੱਚ ਸ਼ੰਕਾ ਹੋ ਜਾਂਦਾ ਹੈ ਵੀ ਗੁਰੂ ਸਾਹਿਬ ਤੇ ਕਦੇ ਦੁਖੀ ਨਹੀਂ ਹੁੰਦੇ। ਇਹ ਸੱਚ ਹੈ। ਮੇਰੇ ਸਤਿਗੁਰ ਪਰਮਾਤਮਾ ਨੇ ਨਾ ਉਹਨਾਂ ਦੇ ਜੀਵਨ ਵਿੱਚ ਸੁੱਖ ਆ ਤੇ ਨਾ ਜੀਵਨ ਵਿੱਚ ਦੁੱਖ ਹੈ, ਦੋਨਾਂ ਗੱਲਾਂ ਤੋਂ ਉੱਚੇ। ਪਰ ਜਦੋਂ ਗੱਲ ਚੱਲਦੀ ਹੋਵੇ ਵਿਅਕਤੀਗਤ ਜੀਵਨ ਦੀ, ਸਮਝ ਰਹੇ ਹੋ, ਜੋਤ ਗੁਰੂ ਨਾਨਕ ਸਾਹਿਬ ਦੀ ਹੈ। ਵਿਅਕਤੀਗਤ ਸਰੀਰ ਦੁਖੀ ਵੀ ਹੁੰਦਾ ਹੈ, ਮਨ ਚ ਕਦੇ ਸ਼ੰਕਾ ਨਾ ਰੱਖਿਓ, ਕਿਉਂਕਿ ਸਾਡੇ ਸਤਿਗੁਰ ਰੱਬ ਹੋ ਕੇ ਵੀ ਰੱਬ ਨਹੀਂ ਕਹਾਉਂਦੇ ਸੀ, ਵਿਅਕਤੀ ਬਣ ਕੇ ਵਿਚਰਦੇ ਸੀ। ਆਖੋ ਸਤਨਾਮ ਵਿਅਕਤੀ ਬਣ ਕੇ। ਜੇ ਵਿਅਕਤੀ ਆਪ ਇਨਸਾਨ ਸਤਿਗੁਰ ਬਣ ਕੇ ਵਿਖਾ ਰਹੇ ਨੇ ਤਾਂ ਹੀ ਤੇ ਅਜੇ ਤੱਕ ਕਰਾਮਾਤ ਨਹੀਂ ਵਿਖਾਈ। ਜੇ ਵਿਸ਼ੇਸ਼ ਬੰਦੇ ਹੁੰਦੇ ਉਦੋਂ ਦੇ ਵਿਖਾ ਦਿੰਦੇ। ਸਮੇਂ ਦੇ ਹਾਲਾਤਾਂ ਦੇ ਨਾਲ ਭਾਵੇਂ ਗੁਰੂ ਸਾਹਿਬ ਦੀ ਜੋਤ ਕੁਝ ਹੋਰ ਹੈ, ਪਰ ਦੁਨੀਆ ਦੇ ਵਿੱਚ ਵਰਤਣ ਵਾਸਤੇ ਹੱਸਣਾ, ਰੋਣਾ, ਖੁਸ਼ੀ ਤੇ ਗਮ ਸਭ ਕੁਝ ਹੁੰਦਾ ਹੈ। ਜਿਹੜੇ ਆ ਸਵਾਲ ਕਰਦੇ ਨੇ ਨਾ ਜੀ, ਕਹਿ ਦਿੱਤਾ ਮਰਦ ਦਾ ਮਨ ਦੁਖੀ ਹੈ। ਉਹਨਾਂ ਨੂੰ ਇੱਕ ਸਵਾਲ ਹੈ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਛੋਟੇ ਸੀ, ਪਿਤਾ ਜੀ ਚਪੇੜਾ ਮਾਰਦੇ ਸੀ, ਉਹ ਰੋਂਦੇ ਕਿਉਂ ਸੀ? ਆਖੋ ਸਤਨਾਮ। ਗੁਰੂ ਤੇ ਰੋਂਦਾ ਨਹੀਂ, ਗੁਰੂ ਤੇ ਰੋਂਦਿਆਂ ਨੂੰ ਹਸਾਉਣ ਵਾਲਾ ਹੈ। ਸਰੀਰ ਦੇ ਵਿੱਚ ਆਉਣ ਵਾਲਾ ਕੋਈ ਵੀ, ਉਹਨੇ ਸਰੀਰ ਦੇ ਜੋ ਕਰਮ ਨੇ ਉਹ ਕਰਨੇ। ਕਿ ਸਤਿਗੁਰ ਗ੍ਰਸਤੀ ਨਹੀਂ ਸੀ, ਕਿ ਗੁਰੂ ਸਾਹਿਬ ਦਾ ਪਰਿਵਾਰ ਨਹੀਂ ਸੀ, ਕਿ ਸਤਿਗੁਰਾਂ ਦੀ ਸੰਤਾਨ ਨਹੀਂ ਸੀ। ਸਾਡੀਆਂ ਤੇ ਕਈ ਵਾਰ ਭਾਵਨਾਵਾਂ ਹੀ ਇੰਨਾ ਜਾ ਤੇ ਬਣਦੀਆਂ ਵੀ, ਜੇ ਬਣ ਗਈਆਂ ਤੇ ਗਰਾਰੀ ਅੜ ਜਾਣੀ। ਆਖੋ ਸਤਨਾਮ। ਆਹ ਗੱਲ ਏਦਾਂ ਤੇ ਏਦਾਂ ਕਿਉਂ ਨਹੀਂ? ਦਾਸ ਹਮੇਸ਼ਾ ਬੇਨਤੀ ਕਰਦਾ ਹੁੰਦਾ, ਤੁਸੀਂ ਸਰਵਣ ਕਰ ਰਹੇ ਹੋ ਵਿਅਕਤੀਗਤ ਜੀਵਨ ਦੇ ਜੋਜ, ਵਿਅਕਤੀਗਤ ਜੀਵਨ। ਜੇ ਆਪਾਂ ਅੰਦਰ ਦੀ ਗੱਲ ਕਰੀਏ ਨਾ, ਸੂਖਸ਼ਮ ਬਿਰਤੀ ਦੀ, ਫਿਰ ਸਾਡੇ ਸਤਿਗੁਰ ਨਾ ਸੁਖੀ ਨੇ, ਨਾ ਦੁਖੀ ਨੇ, ਨਾ ਕਿਸੇ ਦੀ ਪਰਵਾਹ, ਕਿਉਂਕਿ ਉਹ ਆਪ ਅਕਾਲ ਨੇ, ਅਕਾਲ। ਪਰ ਉਹ ਸਰੀਰਕ ਤੌਰ ਤੇ ਸਿੱਖਾਂ ਵਿੱਚ ਵਰਤ ਰਹੇ ਨੇ। ਜੇ ਗੁਰੂ ਸਾਹਿਬ ਨਾਰਾਜ਼ ਨਹੀਂ ਹੋਏ ਤੇ ਫਿਰ ਕੁੰਡੀ ਲਾਈ ਕਿਉਂ ਬੈਠੇ? ਆਖੋ ਸਤਿਨਾਮ। ਜੇ ਤੁਸੀਂ ਸੋਚੋਗੇ ਜੀ ਗੁਰੂ ਤੇ ਕਿਸੇ ਨਾਲ ਨਾਰਾਜ਼ ਹੀ ਨਹੀਂ ਹੁੰਦਾ, ਜੇ ਆਹ ਗੱਲਾਂ ਅਸੀਂ ਆਪਣੇ ਜੀਵਨ ਚ ਲੈ ਆਏ ਨਾ, ਬਸ ਸਮਝੋ ਫਿਰ ਇਤਿਹਾਸ ਨਹੀਂ ਸੁਣ ਸਕਦੇ। ਕੌਣ ਕਰਦੇ ਗੱਲਾਂ? ਜਿਨ੍ਹਾਂ ਲੋਕਾਂ ਦੀ ਕੋਸ਼ਿਸ਼ ਹੈ ਸਿੱਖੀ ਦਾ ਇਤਿਹਾਸ ਖਤਮ ਕਰਦੇ ਹੋ, ਫਿਰ ਬਾਣੀ ਤੇ ਸ਼ੰਕੇ ਪਾਦੇ ਹੋ ਤੇ ਗੁਰਬਾਣੀ ਦੇ ਅਰਥ ਵੀ ਮਨ ਦੇ ਮੁਤਾਬਕ ਕਰਦੇ ਹੋ। ਦੁਨੀਆ ਆਪੇ ਕਹੂ ਸਿੱਖ ਧਰਮ ਵਿੱਚ ਜੀ ਕਰਾਮਾਤ ਨੂੰ ਖਾਏਗੀ, ਠੀਕ ਹੈ, ਨਹੀਂ ਥਾ। ਪੰਜਾ ਸਾਹਿਬ ਦੀ ਧਰਤੀ ਤੇ ਜਾਓਗੇ, ਅੱਜ ਵੀ ਪੰਜਾ ਲਾਓ, ਤੁਹਾਡਾ ਵੀ ਪੰਜਾ ਆ ਜਾਏਗਾ। 5 ਸਾਲ ਦਾ ਬੱਚਾ ਹੱਥ ਲਾਏ, ਉਹਦਾ ਵੀ ਫਿੱਟ ਹੈ। ਕੀ ਇਹ ਕਰਾਮਾਤ ਨਹੀਂ? ਸਤਿਗੁਰਾਂ ਦਾ ਜੀਵਨ ਪੜ੍ਹ ਕੇ ਵੇਖੋ, ਭਾਈ ਗੁਰਦਾਸ ਜੀ ਕਿੰਨਾ ਕੁਝ ਸਤਿਗੁਰਾਂ ਬਾਰੇ ਲਿਖਿਆ। ਥਾਂ ਥਾਂ ਸਤਿਗੁਰਾਂ ਨੇ ਕਰਾਮਾਤਾਂ ਵਰਤਾਈਆਂ। ਮੱਕਾ ਘਮਾਇਆ, ਫੇਰਿਆ ਮੱਕਾ, ਕਲਾ ਦਿਖਾਈ। ਕਲਾ ਨਾਮ ਕੀ ਹੁੰਦਾ? ਸ਼ਕਤੀ ਦਾ। ਕਹਿੰਦੇ ਜੀ ਸਿੱਖੀ ਚ ਸ਼ਕਤੀ ਕੋਈ ਨਹੀਂ, ਕਰਾਮਾਤ ਕੋਈ ਨਹੀਂ ਸੀ, ਸਭ ਕੁਝ ਵਿਖਾਈ ਜਾਂਦੀ ਉੱਥੇ ਹੈ ਜਿੱਥੇ ਬਹੁਤ ਜ਼ਿਆਦਾ ਲੋੜ ਹੋਵੇ, ਕਿਸੇ ਦਾ ਭਲਾ ਹੋਵੇ।
करामाता ते राम राय भी विखाउंदा सी, ओहदे विखाउण ते गुरु साहिब दे विखाउण च फर्क है। सतगुर दी करामात विखा के परमात्मा नाल जोड़दे सी ते राम राय करामात विखा के अपनी फोकी शौहरत खटदा सी, तां पाप सी। कहंदे गुरु हरकृष्ण पातशाह जी बड़े उदास बैठे ने, ये वृत्ति कित्थे हुंदी है? गुरु साहिब सिखां दे विच वरतदे सी, आप सेवा करदे सी। अज मर्द नूं अपणियां नाल नाराजगी है, अपणियां नाल उदास ने। जिस राजे ते विश्वास करके प्रीत करके सतगुर आए, अज वही कपट कमाउण लग गया। ते गुरु साहिब ने अंदरों एक भी आवाज नहीं दिती, ना हां पक्ष दी ना पक्ष दी, बस चुप रहे। जी चौथे हाक हकारी, गुरु जी करो कपाट उगारी। पहली आवाज कोई रिस्पॉन्स नहीं, दूजी आवाज कोई जवाब नहीं, तीजी बार राजा जय सिंह सवाई बोलता है, महाराज कोई उत्तर दे दे हो, ऐसा की हो गया? अज बोलण तो भी गए ते दर्शना तो भी गए। आखो सतनाम, मैं ते गलती कीती कोई नहीं। गलती करने वाला इंसान भावे गलती का पता है या नहीं है, पर इन्ना जरूर पता भी मैं गलती नहीं की। पता भी होवे ना भी पता हो, मनदा नहीं हुंदा। राजा जय सिंह सवाई नूं पता है मैं गुनाह कोई कीता है, गुरु साहब अंतरजामी, पर फिर भी लोकां चारों कहदा मर्ज कोई गलती होगी होवे ते बख्श दिओ, हो गई होवे, कीती नहीं आपां ने, आपां किहड़ा जाण के कीती। सोचदा शायद मर्ज नूं मेरी गल दा पता ही नहीं। जदों ये व्यक्तिगत जीवन विच आके बंदा परमात्मा नूं भुल्लण लग जे ते शरधा घटण लग जांदी। राजा जय सिंह सवाई सोचदा है शायद उम्र छोटी है, माता पिता दी याद आउंदी होनी, औरंगजेब दीयां गल्लां दा असर, कल तक श्रद्धालु सी, अज श्रद्धा तो एक पासे थिरक गया। सोचे कहंदा महाराज उदासी दीयां गल्लां छड्डो, मैं तुहानूं अपने महलां च ले जाना है, तुसी एक बार दरवाजा खोल दिओ। जयपुर पत मैं दास तुम्हारा, चरण आप की मम आधारा। जो कहते तीजी बार भी कोई जवाब ना आया, दरवाजा खड़काई जाता है। एक बादशाह दरवाजा खड़कावे दुनिया च कदे सुनिया नहीं। सुनोगे गुरु नानक दे दर ते बड़े बड़े राजे भिखारी बन के इस दर ते झोली अड्डदे वेखे। ज्यादातर जमाने ने वेखिया राजियां कोल प्रजा झोली अड्डदी। आखो सतनाम, पर राजे महाराजे इस दाते कोलों मंगदे, वो बार बार मिन्नतां करे, तरले करे। चौथी बार भी सतगुरां ने कोई जवाब नहीं दिता, ना हां पक्ष विच ना पक्ष विच, बस चुप्पी धारण कीती। जदों कोई बहुता चुप होवे समझण वाले समझ जाते ने दुख दिल की गहराई च गया होया है। कोई बाहरों गल नहीं, अंतरीव तो आत्मक तौर ते मन झंझोड़िया गया है। कोई जिन्हों अपना कहते सी उही कसवट्टी लाई जाता है, उही परखद है। सतगुर तां छुपे नहीं, असीं करामात नहीं विखाउणी, वो जमाना मजबूर करी जाता है, नहीं विखाउणी चाहुंदे। राजा जय सिंह सवाई ने सिर रख दिता दरवाजे ते, कहंदा दाता मिन्नत है मेरी, तरला मेरा, दरवाजा खोल दिओ। मैं अल्पज्ञ भूल कुछ होई, तुम सर्वज्ञ छिमो अब सोई। जदों कहंदे पंजवीं बार बोलिया, कहंदा महाराज मैं अल्पज्ञ ते तुसी सर्वज्ञ, मैथों भुल हो गई होनी कोई। आखो सतनाम, थोड़ा जा मन गया, थोड़ा दिया नर्म हो गया। आप करो समझावन ऐसे, सुत सो कहे पिता हित जैसे। गरीब नवाज जे कोई गलती गुनाह जाने या अनजाने विच हो गया, तुसी पुत समझ के मैनू माफ कर दिओ। उमरा मैटर नहीं करदी, जे उम्र की गल करिए ना, राजा जय सिंह सवाई जयपुर का बादशाह, उम्र ओदी 50 साल दे नेड़े है। अज भी किते जाके तुसी जयपुर विच किले वेखोगे ना, जयगढ़ का किला बहुत बड़ा किला है, बहुत बड़ा। ते गुरमुखो वो राजा सतगुरां नूं कह रहा, जिस गुरु साहब की दुनियावी तौर पर उम्र सिर्फ 6.5-7 साल है, कहंदा महाराज तुसी पिता समान हो ते मैं तुहाडा पुत्र। सुत खिन खिन भूलण हार, जगत पित भावै। पुत ते वार वार भुल जाता है, पर पिता वार वार बख्श लैंदा है। वो पिता किहनूं कहंदा है? शरीर नूं नहीं,
ਉਹ ਅੰਦਰ ਦੀ ਜੋਤ ਨੂੰ ਰਾਜਾ ਜੈ ਸਿੰਘ ਸਵਾਈ ਜਾਣਦਾ। ਜੋਤ ਗੁਰੂ ਨਾਨਕ ਸਾਹਿਬ ਦੀ ਹੈ, ਜਿਹੜੇ ਸਾਰੀ ਦੁਨੀਆ ਤੋਂ ਵੱਡੇ ਨੇ। ਆਖੋ ਸਤਨਾਮ। ਇੱਥੇ ਆਪ ਗੁਰੂ ਨਾਨਕ ਕਹਿੰਦਾ ਮਹਾਰਾਜ ਪੁੱਤ ਸਮਝ ਕੇ, ਅਣਜਾਣ ਬੱਚਾ ਸਮਝ ਕੇ ਮੈਨੂੰ ਬਖਸ਼ ਲਵੋ। ਜੋ ਹਮ ਤੇ ਕੁਛ ਬਿਗੜਤ ਕਾਮੀ, ਦਾਸ ਜਾਨ ਕਰ ਰੋਕੋ ਸੁਆਮੀ। ਜੇ ਸੁਆਮੀ ਜੀ ਕੋਈ ਜਾਣੇ ਅਣਜਾਣੇ ਗਲਤੀ ਹੋ ਗਈ ਸਮਝਾ ਦਿਓ, ਅੱਗੇ ਤੋਂ ਨਹੀਂ ਕਰਾਂਗੇ। ਇਹ ਸ਼ਰਧਾ ਨਹੀਂ ਹੈ। ਰਾਜਾ ਇੱਥੇ ਚਲਾਕੀ ਖੇਡਦਾ, ਦਰਵਾਜ਼ਾ ਤੇ ਖੋਲ ਲੈਣ, ਫੇਰ ਵੇਖਾਂਗੇ ਅੱਗੇ। ਸ਼ਰਧਾ ਤੇ ਉਹ ਹੁੰਦੀ ਹੈ ਜੋ ਬਚਨ ਕਹਿ ਦਿੱਤਾ ਤੇ ਕਹਿ ਦਿੱਤਾ, ਪਿੱਛੇ ਨਹੀਂ ਹਟਣਾ, ਭਾਵੇਂ ਸਿਰ ਚਲਿਆ ਜਾਏ। ਕੱਲ ਤੱਕ ਰਾਜਾ ਬਹੁਤ ਸ਼ਰਧਾਲੂ ਸੀ, ਕੋਈ ਸ਼ੱਕ ਨਹੀਂ। ਜਿੰਨਾ ਪਿਆਰ ਗੁਰੂ ਹਰਿਕ੍ਰਿਸ਼ਨ ਵਰਗ ਨੂੰ ਇਹ ਕਰਦਾ ਸੀ, ਸ਼ਾਇਦ ਕੋਈ ਕਰਦਾ ਹੀ ਨਹੀਂ ਸੀ। ਪਰ ਪ੍ਰੇਮੀ ਦੇ ਵਿੱਚ ਜਦੋਂ ਮਨਮੁਖਾਂ ਦਾ ਸੰਗ ਆ ਗਿਆ ਤੇ ਉਹ ਪ੍ਰੇਮੀ ਵੀ ਪ੍ਰੇਮੀ ਨਾ ਰਿਹਾ। ਆਖੋ ਸਤਨਾਮ। ਰੁੜ ਗਿਆ ਉਹ ਵੀ। ਤਰਕ ਆ ਗਈ। ਜਿੱਥੇ ਤਰਕ ਆ ਜੀ ਉੱਥੇ ਧਰਮ ਨਹੀਂ ਨਿਭਦਾ ਹੁੰਦਾ। ਤਰਕਵਾਦੀ ਆਪ ਬੜਾ ਦੁਖੀ ਹੋਏਗਾ। ਜਿੰਨੇ ਲੋਕ ਤੁਹਾਨੂੰ ਮਿਲ ਜਾਣਗੇ ਨਾ, ਰੱਬ ਤੇ ਤਰਕਾਂ ਕਰਨ ਵਾਲੇ, ਭਗਤਾਂ ਤੇ ਤਰਕ ਕਰਨ ਵਾਲੇ, ਸਾਧੂਆਂ ਤੇ ਤਰਕ ਕਰਨ ਵਾਲੇ, ਬਾਣੀ ਤੇ ਤਰਕ ਕਰਨ ਵਾਲੇ, ਕਦੇ ਉਹਨਾਂ ਲੋਕਾਂ ਦੀ ਪਰਸਨਲ ਲਾਈਫ ਦੇਖਿਓ। ਜਿੰਨੇ ਦੁਖੀ ਉਹ ਨੇ ਨਾ, ਸ਼ਾਇਦ ਕੈਂਸਰ ਤੇ ਸ਼ੂਗਰ ਦੇ ਰੋਗੀ ਵੀ ਦੁਖੀ ਨਹੀਂ ਹੁੰਦੇ। ਆਖੋ ਸਤਨਾਮ। ਜਿੰਨੇ ਉਹ ਅਪਸੈਟ ਹੁੰਦੇ ਆ, ਫਿਰਤੀ ਉਹ ਤਰਕਾਂ 'ਚ। ਤੁਸੀਂ ਕਿਸੇ ਆਪਣੇ ਨਾਲ ਸ਼ੰਕਾ ਕਰ ਲਓ, ਸ਼ੱਕ ਕਰਕੇ ਬਹਿ ਜਾਓ, ਭਾਵੇਂ ਉਹ ਸੱਚਾ ਭਾਵੇਂ ਝੂਠਾ, ਦੁਖੀ ਹੋਵੋਗੇ ਨਾ। ਬਸ ਇਸੇ ਤਰ੍ਹਾਂ ਧਰਮ ਤੇ ਤਰਕ ਕਰਨ ਵਾਲਾ ਜੀਵਨ ਦਾ ਸਵਾਦ ਖਰਾਬ ਕਰ ਲੈਂਦਾ। ਜ਼ਿੰਦਗੀ ਜਿਉਣ ਦੇ ਇਰਾਦੇ ਮੁੱਕ ਜਾਂਦੇ ਨੇ, ਫਿਰਤੀ ਐਸੀ ਬਣ ਜਾਂਦੀ। ਰਾਜਾ ਜੈ ਸਿੰਘ ਸਵਾਈ ਧਰਮ ਦੇ ਟਰੈਕ ਤੇ ਚੱਲਦਾ ਚੱਲਦਾ ਥੋੜਾ ਜਿਹਾ ਕੰਬ ਗਿਆ। ਥੋੜਾ ਜਿਹਾ, ਪੂਰਾ ਕੰਬਿਆ ਤੇ ਗੱਲ ਹੋਰ ਹੁੰਦੀ। ਗੱਡੀ ਫਾਸਟ ਜਾਵੇ 120 140 ਤੇ, ਝਟਕਾ ਇੰਚ ਦਾ ਹੀ ਬਹੁਤ। ਆਖੋ ਸਤਨਾਮ। ਇੰਚ ਦਾ ਹੀ ਬਹੁਤ। ਸਟੀਅਰਿੰਗ ਪਾਵਰ ਨਹੀਂ ਨਾ, 1 ਇੰਚ ਦੇ ਵਿੱਚ ਹਿਲਿਆ ਡਾਵਾਡੋਲ ਕਰ ਦਿੰਦੀ। ਐਕਸੀਡੈਂਟ ਵੀ ਹੋ ਜਾਂਦੇ। ਕਹਿੰਦੇ ਇੰਚ ਦਾ ਹੀ ਫਰਕ ਪਿਆ ਸੀ ਸੂਤ ਦਾ ਬਿਰਤੀ ਵਿੱਚ। ਗੱਲ ਕਿੱਥੇ ਪਹੁੰਚ ਗਈ। ਆਦਿਕ ਜਬ ਭਾਖੀ ਬਿਨਤੀ, ਸੁਣ ਸਤਿਗੁਰ ਕਾਜ ਕਰ ਸਭ ਗਿਣਤੀ। ਕਹਿੰਦੇ ਜਦੋਂ ਬਾਰ-ਬਾਰ ਇਹ ਗੱਲਾਂ ਕਹਿਣ ਲੱਗਿਆ ਨਾ, 5ਵੀਂ ਵਾਰ ਸਤਿਗੁਰ ਜੀ ਆਪਣੇ ਸੁਭਾਅ ਚ ਆ ਗਏ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਤ ਸੁਆਮੀ ਸੰਧਾ। ਉਸ ਸੁਆਮੀ ਸੱਜਣ ਦਾ ਇੱਕ ਬਿਰਦ ਹੈ, ਇੱਕ ਸੁਭਾਅ, ਇੱਕ ਫਰਜ਼ ਹੈ। ਲੱਖ ਗੁਨਾਹ ਕਰਕੇ ਵੀ ਕੋਈ ਦਰ ਤੇ ਆ ਜੇ, ਉਹਨੂੰ ਵੀ ਗਲ ਲਾ ਲੈਂਦਾ। ਆਖੋ ਸਤਨਾਮ। ਮਰਜ ਉੱਠੇ ਚਾਦਰਾ ਲਾਇਆ, ਪਸੀਨੇ ਨਾਲ ਭਰੇ ਹੋਏ ਨੇ। ਉੱਠ ਕੇ ਸੱਚੇ ਪਾਤਸ਼ਾਹ ਨੇ ਗਿਣਤੀਆਂ ਛੱਡ ਦਿੱਤੀਆਂ ਵੀ ਚੱਲ ਜੋ ਕਰਦਾ ਕਰੀ ਜਾਵੇ, ਹੈ ਤੇ ਆਪਣਾ ਹੀ ਹੈ ਤੇ ਆਪਣਾ ਨਾ। ਜਿੱਥੇ ਆਪਣਾ ਸ਼ਬਦ ਆ ਜੇ, ਗੁਨਾਹ ਹੀ ਮਾਫ ਹੋ ਜਾਂਦੇ। ਸਭ ਕੁਝ ਮਨੁੱਖ ਭੁੱਲ ਜਾਂਦਾ ਜੇ ਕੋਈ ਆਪਣਾ ਬਣ ਜਾਵੇ। ਗੁਰੂ ਸਾਹਿਬ ਨੇ ਮਨ ਚ ਖਿਆਲ ਕੀਤਾ, ਚਲੋ ਮਨਾ ਦਰਵਾਜ਼ਾ ਖੋਲ ਦੇਈਏ। ਕਲ ਛੋਰ ਕਪਾਟ ਉਗਾਰੇ, ਹੁਣ ਬੈਠੇ ਸਨ ਦੁਆਰੇ। ਬਾਦਸ਼ਾਹ ਦੋਨੇ ਗੋਡੇ ਮੁੱਦੇ ਮਾਰ ਕੇ ਦਰਵਾਜ਼ੇ ਤੇ ਹੱਥ ਜੋੜੀ ਬੈਠਾ ਸੀ। ਮਰਦ ਖੋਲ ਦਿਓ। ਅੱਜ ਤੇ 5ਵੀਂ ਵਾਰ ਆ ਕੇ ਅੰਦਰੋਂ ਆਵਾਜ਼ ਆਈ, ਖੜਾਕ ਦੇ, ਸੰਗਲੀ ਖੁੱਲ ਗਈ। ਦਰਵਾਜ਼ਾ ਨਹੀਂ ਮਰਦ ਨੇ ਖੋਲਿਆ, ਕੱਲੀ ਸੰਗਲੀ ਖੋਲੀ। ਕਿਉਂਕਿ ਪੁਰਾਤਨ ਸਮੇਂ ਵਿੱਚ ਅੱਜ ਵਰਗੇ ਸਲਾਈ ਬੋਰਡ, ਅੱਜ ਵਰਗੇ ਲੋਕ ਨਹੀਂ ਸੀ ਹੁੰਦੇ। ਪਿੰਡਾਂ ਵਿੱਚ ਤੇ ਪੁਰਾਣੇ ਕਿਲਿਆਂ ਚ ਅੱਜ ਵੀ ਦਿਖ ਜਾਣਗੇ ਦਰਵਾਜ਼ੇ ਪਿੱਛੇ ਸੰਗਲੀ, ਤੇ ਸੰਗਲੀ ਚ ਲੋਕ ਪੈਂਦਾ ਸੀ। ਸੰਗਲੀ ਲਾ ਕੇ ਮਰਦ ਬੈਠ ਗਏ ਉੱਥੇ ਜਾ ਕੇ। ਰਾਜੇ ਨੇ ਵੇਖਿਆ ਵੀ ਅੰਦਰੋਂ ਖੁੱਲਿਆ ਤਾਲਾ, ਲੋਕ ਖੁੱਲੇ। ਕਹਿੰਦੀ ਦਰਵਾਜ਼ਾ ਖੋਲਿਆ, ਚਾਨਣਾ ਹੋਇਆ। ਅੱਗੇ ਬੈਠੇ ਨਾਮ ਦੀ ਮੂਰਤ ਸਤਿਗੁਰ। ਆਖੋ ਸਤਨਾਮ। ਚਿਹਰੇ ਤੇ ਪਸੀਨਾ, ਬਸ ਜਿਵੇਂ ਕਿਤੇ ਪੱਤਿਆਂ ਤੇ ਤਰੇਲ ਧੁੰਦ ਪਈ ਹੋਵੇ। ਸੋਹਣੇ ਜੇ ਮੁਖੜੇ ਤੇ ਪਸੀਨਾ ਆਇਆ, ਮੁਖੜਾ ਲਾਲੀ ਵਾਲਾ, ਸਤਿਗੁਰਾਂ ਦਾ ਨੇਤਰ ਨੀਵੇਂ ਕੀਤੇ ਹੋਏ, ਚੌਂਕੜੇ ਮਾਰ ਕੇ ਬਹਿ ਗਏ। ਬਾਦਸ਼ਾਹ ਨੇ ਪਹਿਲਾਂ ਤੇ ਟੇਕਿਆ ਮੱਥਾ, ਹੱਥ ਜੋੜੇ, ਇੱਕ ਇੱਕ ਕਦਮ ਕਰਕੇ ਗੁਰੂ ਸਾਹਿਬ ਦੇ ਕਰੀਬ ਗਿਆ। ਜੈਪੁਰ ਪਤ ਪ੍ਰਵੇਸ਼ ਤਬ ਭਇਓ, ਅੰਤਰ ਹੋਏ ਦਰਸ ਗੁਰ ਲਿਓ। ਕਹਿੰਦੇ ਅੰਦਰ ਗਿਆ, ਗੋਡੇ ਮੁੱਦੇ ਮਾਰੇ, ਕੋਲ ਬੈਠਾ। ਇਹ ਸਤਿਕਾਰ ਹੁੰਦਾ ਜਦ ਵੀ ਕਦੇ ਕਿਸੇ ਆਪ ਤੋਂ ਸਿਆਣੇ ਕੋਲ ਬੈਠੋ ਨਾ, ਗੱਲ ਸੁਣਨ ਵਾਸਤੇ, ਪੁੱਛਣ ਵਾਸਤੇ। ਗੁਰਮੁਖੋ ਜਿਵੇਂ ਬੰਜਰ ਆਸਣ ਲਾ ਕੇ ਬੈਠੀ ਦਾ, ਗੋਡੇ ਮੁੱਦੇ ਮਾਰ ਕੇ ਕੋਲ ਬੈਠੀ ਦਾ, ਗੱਲ ਸੁਣਨ ਵਾਸਤੇ ਆਗਿਆਕਾਰੀ ਬਣ ਗਈ। ਕਹਿੰਦੇ ਬਾਦਸ਼ਾਹ ਨੇ ਬੰਜਰ ਆਸਣ ਲਾਇਆ, ਕੋਲ ਬਹਿ ਗਿਆ। ਕਹਿੰਦਾ ਗਰੀਬ ਨਵਾਜ਼
किस गल तो खफा हो? किन्नी देर हो गई, मैं दरवाजे ते खड़ा वार वार आवाज दिंदा सी। नीचे करे बिलोचन वैसे, ऊपर दृष्ट कीन नह कैसे। देखो किन्नी नाराजगी सतगुरां दे हिरदे च है। दरवाजा खोलता तरस करके, पर अख नहीं चुकी ऊपर। चौंकड़ा मार के मर्द बैठे ने, नेत्र नहीं बेने धरती वाल। बादशाह कणी नहीं वेखदे। बादशाह कहना महाराज मेरे वाल तक लो, एक बार ते वेखो। नहीं कोई सतगुरां ने अख फरकी, बस धरती वाल वेखदे ने। कृप बंधन कार चित पास, जो रत हाथ भनत अरदास। कहते दोने हाथ जोड़ के बार बार बेनतियां करदा, चरनां नूं हथ लाउंदा, मोढे घुटदा, कहना महाराज कोई भुल हो गई होवे माफ करियो। सच्चे पातशाह मैं अनजान, गलती हो गई होनी, मैं कर सकदा गलती। महाराज ने कोई जवाब नहीं दिता। जी देखो तरस करके दरवाजा खोलता, पर अजे ये थोड़ा जी दरवाजा खोलता ते सहमति हो गई। नाराजगी सही है। ते कदे दिल्ली जाके पता करियो, राजस्थान जाके अज भी पुछियो राजा जय सिंह सवाई कौन सी। औरंगजेब तो बाद एको एक राजा सी, जमाना जी दा पानी भरदा सी, धर्मी भी बड़ा सी ते क्रोधी भी बहुत सी। बस जी ते एक बार रहम करता, ਉਹਨੂੰ ਛਡਾ नहीं सकता कोई। बस कोई कुछ भी करी जाए, राजे ਵੱਲੋਂ ਰਹਿਮ है, ਛੱਡਿਆ ਗਿਆ है, ਉਹਨੂੰ ਕਿਸੇ भी ਸ਼ਰ੍ਹਾ ਦੇ ਵਿੱਚ कोई नहीं छड़ा सकता, क्योंकि राजे ਦਾ पक्षी है। ना शरह उत्ते लागू होवे, जे बादशाह दी अख गहरी होगी ते ਉਹਨੂੰ फसा नहीं कोई सकता। बस इसे ने टंगना है, होर किसे ने नहीं। क्योंकि एक शिकार हुंदा ना शेर दा, शेर दी अख जी ते आ गई, शेर ने उसे नूं मारना, दूजा ते ਉਹ शिकार ਨੂੰ हथ ही नहीं लाउंदा, भावें ਉਹ शिकार मर भी जावे। राजा जय सिंह सवाई श्रद्धालु भी बड़ा ते क्रोधी भी बड़ा। अज बादशाह सतगुरां दे चरनां च डिग्गिया होया, तरले करदा तरले। कहना महाराज एक बार ते बोलो, कृपा करके बाहर ते आओ, बड़ी गर्मी है। ना हसे ने ना विरागी ने, एक सम अवस्था विच बड़े शांत बैठे ने। तरेट सावन कुछ न करियो, बैन दीन होए बचन उचरियो। बादशाह सोचदा है, मन च ख्याल आ गया, मन नाराजगी लगदा तेरे नाल ही है। जे किसे होर नाल नाराज हुंदे ते मेरे नाल बोलदे। मेरे आउण तो पहला दरवाजा मर्द ने ला लिया ते फिर मैनू खोलिया भी नहीं। मैं कोल बैठा बुलाउणा ते बुलाया बोलदे भी नहीं। आखो सतनाम, समझ गया वो बादशाह है। कहंदा मना किते तेरे पर्दे दा तां नहीं गुरु नूं पता लग गया। जो कुछ मैं महिला च करता फिरदा भी, राणी केड़ी पटराणी केड़ी नौकरानी केड़ी, किते वो ते नहीं जान गए। हुण थोड़ा जिहा होर प्रत्या के वेखदा भी, जे गल होई होई एडवांस च माफी मंग लांगे, मर्ज किरपा ही करो, वेखियो किते शराब ना दे दिओ। पर अजे भी बैठा वेखदा है, कहंदा जे वो गल हुंदी ते फिर मर्ज दरवाजा ना खोल दे। ਇਹਨੂੰ ਕਹਿੰਦੇ ਬੰਦੇ ਦਾ ਸ਼ਾਤਰ ਦਿਮਾਗ। ਆਖੋ ਸਤਨਾਮ, ਆਪੇ ਹੀ ਸਵਾਲ ਤੇ ਆਪੇ ਹੀ ਜਵਾਬ। ਕਹਿੰਦਾ ਜੇ ਮਰਦ ਨੂੰ ਉਹ ਗੱਲ ਦਾ ਪਤਾ ਹੁੰਦਾ ਤੇ ਗੁਰੂ ਸਾਹਿਬ ਦਰਵਾਜ਼ਾ ਕਿਉਂ ਖੋਲਦੇ। ਮੇਰੇ ਨਾਲ ਨਾਰਾਜ਼ਗੀ ਘੱਟ ਕਿਸੇ ਸਿੱਖ ਨਾਲ ਜ਼ਿਆਦੇ ਹੋਣੀ ਤੇ ਮੇਰੇ ਨਾਲ ਵੀ ਹੋਣੀ, ਮਾੜੀ ਮੋਟੀ ਹੋਏਗੀ, ਕਿਸੇ ਨੇ ਕੁਝ ਕਹਿ ਦਿੱਤਾ ਹੋਣਾ, ਬਸ ਆਹੀ ਸੋਚਦਾ ਏ। ਸਤਿਗੁਰ ਕਿਮ ਚਿੰਤ ਮਝਾਰੇ, को कारण पा करो चारे। ਜਦੋਂ ਕੁਝ ਵੀ ਸਮਝ ਨਾ ਆਇਆ ਤੇ ਬਾਦਸ਼ਾਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਸ਼੍ਰੀ ਸਤਿਗੁਰ ਕਿਮ ਚਿੰਤ ਮਝਾਰੇ। ਐ ਦਾਤਾ ਜੀ ਕਿਉਂ ਚਿੰਤਾ ਵਿੱਚ ਬੈਠੇ ਹੋ, ਐਸਾ ਕੀ ਹੋ ਗਿਆ। ਤੁਹਾਡੇ ਸੋਹਣੇ ਜੇ ਮੁਖੜੇ ਤੇ ਸਦਾ ਮੁਸਕਰਾਹਟਾਂ ਰਹਿੰਦੀਆਂ ਸੀ, ਅੱਜ ਹੀ ਉਦਾਸ ਬੈਠੇ ਹੋ। ਚਿਹਰਾ ਮੁਰਝਾਇਆ ਹੋਇਆ, ਪਹਿਲਾ ਵਰਗਾ ਹਾਸਾ ਨਹੀਂ। मेरो सदन आपनो जानो, सब पर मुक्ते हुक्म बखानो। गुरु साहब ने कोई जवाब नहीं दिता। अगो पाछे की चलाकी जी करदा, कहंदा पर छड्डो दुनिया दा की है, लोग ते बड़ा कुछ बोलते ने। हो सकदा आप जी नूं राम राय दा गुस्सा आ गया होना, ਪਹਿਲਾਂ ਤੇ ਕਦੇ ਨਹੀਂ ਆਇਆ, ਜਦੋਂ ਰੋਜ਼ ਭੰਡੀ ਕਰਦਾ ਸੀ, ਅੱਜ ਕਿਵੇਂ ਆ ਗਿਆ। ਫਿਰ ਕੱਲ ਟਾਲ ਕੇ ਕਹਿੰਦਾ ਚਲੋ ਗੁਰੂ ਸਾਹਿਬ ਮੇਰੇ ਨਾਲ ਚਲੋ, ਮਰਜ ਮੈਂ ਤੇ ਤੁਹਾਨੂੰ ਲੈਣ ਆਇਆ। ਵੇਖੋ ਮੇਰੇ ਮਹਿਲਾਂ ਵਿੱਚ ਤੁਹਾਡੇ ਵਾਸਤੇ ਮੈਂ ਕਿੰਨੇ ਇੰਤਜ਼ਾਮ ਕੀਤੇ। ਵੱਡੇ ਵੱਡੇ ਲੋਕ ਮਿਲਣ ਵਾਸਤੇ ਬੈਠੇ, ਰਾਣੀਆਂ ਮਹਾਰਾਣੀਆਂ ਤੁਹਾਨੂੰ ਪ੍ਰੇਮ ਕਰਨਗੀਆਂ। ਉਹ ਇੱਕ ਪਾਸੇ ਹੁਣ ਬੱਚਾ ਸਮਝਣ ਲੱਗ ਗਿਆ ਮਰਦ ਨੂੰ। ਕੱਲ ਤੱਕ ਉਹ ਪ੍ਰਮਾਤਮਾ ਜਾਣਦਾ ਸੀ, ਕਿਉਂਕਿ ਸ਼ਰਤਾਂ 'ਚ ਫਰਕ ਪੈ ਗਿਆ।
बस तर्क थोड़ी जी आ जाए ना धर्म च, वो तर्क पाउंदी फिर एडा वड्डा फर्क भी बंदा मर के भी दोबारा जी पे जुड़ नहीं सकता जे गुरु पूरा ना मिले। तर्कवादियां तो इसे करके बेनती है, अगे कोई समा हुंदा सी स्टेजां ते बोलिया जांदा सी लिटरेचर पढ़ो जी, धार्मिक ग्रंथ पढ़ो, पर अज दे समय च बेनती कीती जांदी भी तर्क वाले ना किताबां पढ़ो, ना ग्रंथ पढ़ो, ना लिटरेचर पढ़ो, ना तर्कवादी किसी विद्वान नूं सुनो, वो आप दुखी तुहानूं दुखी बना देणगे। सुनो गुरु दी बाणी, आखो सतनाम, जिहड़ी तर्कां तो रहत है, तर्कां चों कढदी है। ते असीं ते बंदियां दी मत पिछे लगे होए आ, फलाणे प्रोफैसर साहब ने जी बड़े सोहणे अर्थ कीते, ना ते ओह बंदे दे अर्थ कीते ने, गुरु साहिब वाले तां नहीं हैगे। असीं कहने आ जी फलाणे बंदे दे भाव अर्थ ने, भाव अर्थ किथों, ओहनूं मांस खाना पसंद आ, उहने लिखता जी बाणी च इत्थे लिखिआ है, मर्द कहंदे खाओ ना खाओ कोई फर्क नहीं, कित्थे लिखिआ है कोई फर्क नहीं। ਜਿਹੜੇ ਕਹਿੰਦੇ ਨਾ ਫਰਕ ਨਹੀਂ, ਉਹਨਾਂ ਨੂੰ ਪੁੱਛੋ ਵੀ ਆਹ ਕੀ ਲਿਖਿਆ, ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਤੇ ਕੀਏ ਸਭੇ ਰਸਾਤਲ ਜਾਹੇ। ਰਸਾਤਲ ਦਾ ਅਰਥ ਭਾਵੇਂ ਪੰਜਾਬੀ ਡਿਕਸ਼ਨਰੀ ਵੇਖਿਓ, ਭਾਵੇਂ ਬ੍ਰਿਜ ਭਾਸ਼ਾ ਖੋਲ ਲਓ, ਰਸਾਤਲ ਦਾ ਅਰਥ ਹੁੰਦਾ ਨਰਕ। ਮਰਦ ਕਹਿੰਦੇ ਭੰਗ ਸ਼ਰਾਬ ਮੱਛੀ ਮਾਸ, ਇਹਨਾਂ ਨੂੰ ਹੱਥ ਲਾਉਣ ਵਾਲਾ ਵੀ ਨਰਕਾਂ ਨੂੰ ਜਾਂਦਾ। ਆਖੋ ਸਤਨਾਮ। ਖਾਣ ਪੀਣ ਵਾਲੇ ਦੀ ਤਾਂ ਦੂਰ ਦੀਆਂ ਗੱਲਾਂ, पर असीं कहने आ जी मर्द दी बाणी कहदी भावे खाओ ना खाओ। आई चक्कर है ना, ਵੱਡੀਆਂ ਵੱਡੀਆਂ ਕਮੇਟੀਆਂ ਉਹਨਾਂ ਦੇ ਬੜਾਈ ਨੁਮਾਇੰਦੇ ਪੰਜ ਪਿਆਰੇ ਦੀ ਗੱਲ ਕਹਿਣ ਲੱਗੇ ਜੀ ਤੁਸੀਂ ਕੁੱਠਾ ਨਹੀਂ ਖਾਣਾ, ਝਟਕਾ ਖਾ ਸਕਦੇ। ਕਹਿਣ ਤੋਂ ਭਾਵ ਕੀ ਹੈ, ਸਿੱਧਾ ਕਹਿ ਵੀ ਨਹੀਂ ਸਕਦੇ ਖਾਓ, ਪਤਾ ਵੀ ਟਕਸਾਲੀਆਂ ਦੀ ਡਾਂਗ ਬੜੀ ਭਾਰੀ। ਆਖੋ ਸਤਨਾਮ। ਪਤਾ ਨਹੀਂ ਕਿੱਥੇ ਸੋਧਾ ਇਹਨਾਂ ਨੇ ਲਾ ਦੇਣਾ ਵੀ ਆ ਤੈਨੂੰ ਛਕਾਈਏ, ਤੇ ਗੱਲ ਗੋਲ ਮੋਲ ਰੱਖੀ ਹੋਈ। ਗੁਰਮੁਖੋ ਇਹਨਾਂ ਚੀਜ਼ਾਂ ਚੋਂ ਨਿਕਲੋ। ਅੱਜ ਸਾਡੀ ਬਿਰਤੀ ਇੱਥੇ ਖੜੀ ਹੈ ਜੀ ਫਲਾਣਾ ਖਾਂਦਾ ਖਾਣਾ ਚਾਹੀਦਾ ਨਹੀਂ। ਉਹ ਗੁਰਮੁਖੋ ਤੂੰ ਕੀ ਲੈਣਾ, ਤੂੰ ਬਾਣੀ ਪੜ, ਸੇਵਾ ਕਰ, ਸਿਮਰਨ ਕਰ। ਜੇ ਆਹੀ ਬਿਰਤੀ ਰੱਖਣੀ ਫਿਰ ਗੁਰਦੁਆਰੇ ਕੀ ਕਰਦਾ ਆ ਕੇ? ਸਪਸ਼ਟ ਗੱਲਾਂ ਨੇ। ਗੁਰੂ ਕੋਲ ਕਿਉਂ ਬੈਠੀ ਨੇ? ਚੰਗੇ ਗੁਣ ਸਿੱਖਣ ਵਾਸਤੇ। ਜੇ ਚੰਗੇ ਗੁਣ ਸਿੱਖਦੇ ਵੀ ਆਪਣੀ ਮੱਤ ਨਹੀਂ ਛੱਡੀ ਫਿਰਦੇ, ਪੰਜਾਬੀ ਦੀ ਇੱਕੋ ਗੱਲ ਆ ਵੀ ਫੇਰ ਕੀ ਲੋੜ ਹੈ ਗੁਰੂ ਕੋਲ ਆਉਣ ਦੀ। ਗੁਰੂ ਤੇ ਕਹਿੰਦਾ ਮਾੜੇ ਕੰਮ ਛੱਡ ਤੇ ਚੰਗੇ ਕਰ। ਤੂੰ ਕਹਿੰਦਾ ਮੈਂ ਗੁਰੂ ਨੂੰ ਸਮਝਾਦਾ ਵੀ ਮਾੜਿਆਂ ਨੂੰ ਵੀ ਚੰਗੇ ਚ ਗਣਦੇ। ਆਖੋ ਸਤਨਾਮ। ਆਈ ਕੋਸ਼ਿਸ਼ ਹੈ। ਇੱਥੇ ਰਾਜਾ ਜੈ ਸਿੰਘ ਸਵਾਈ ਗੁਰੂ ਵਾਲਾ ਹੋ ਕੇ ਚਲਾਕੀ ਕਰਦਾ ਹੈ, ਪਰ ਉਹਦੀ ਸੀ ਚਲਾਕੀ ਬਹੁਤੀ ਕਿਵੇਂ ਬਣ ਗਈ? ਉਹ ਇਸ ਲਈ ਬਣੀ ਆ ਕਿਉਂਕਿ ਜਿੰਨੀ ਸ਼ਰਧਾ ਉਹਦੀ ਸੀ, ਜਿੰਨਾ ਕਰੀਬ ਉਹ ਸੀ, ਉਹਨਾਂ ਦੂਰ ਹੁੰਦਾ ਜਾਂਦਾ ਹੈ। ਕੋਈ ਦੂਰ ਹੋ ਕੇ ਮਾੜਾ ਕਹੇ ਦੁੱਖ ਨਹੀਂ ਲੱਗਦਾ, ਆਪਣਾ ਬਣ ਕੇ ਦੁਸ਼ਮਣ ਦੀ ਕਤਾਰ ਚ ਖੜ ਕੇ ਮਾੜਾ ਕਹਦੇ ਉਹ ਬਰਦਾਸ਼ਤ ਨਹੀਂ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਵਾਰ ਵੀ ਵੇਖਿਆ ਨਹੀਂ, ਸੋਚ ਲਿਆ ਕਹਿੰਦਾ ਕੋਈ ਗਲਤੀ ਆਪਣੀ ਹੋਣੀ ਤਾਂ ਸਤਿਗੁਰ ਬੋਲਦੇ ਨਹੀਂ। ਅੰਤੈਪੁਰ ਮੈਂ ਦਾਸੀ ਗਨ ਹੈ, ਕਰੇ ਸਰਬ ਸੇਵਾ ਚੈ ਮਨ ਹੈ। ਬੜੇ ਚਰਿੱਤਰ ਕੀਤੇ ਬਾਦਸ਼ਾਹ, ਚਰਿੱਤਰੇ ਕਿਹਾ ਜਾਂਦਾ ਇਹਨਾਂ ਨੂੰ। ਅੱਜ ਲੋਕ ਬੜੇ ਖੁਸ਼ ਹੋਣਗੇ ਜੀ, ਚਰਿੱਤਰ ਤੇ ਬੀਬੀਆਂ ਕੋਲ ਹੁੰਦੇ ਨੇ, ਭਾਈਆਂ ਕੋਲ ਕਿੱਥੇ? ਮਾਫ ਕਰਿਓ, ਦਸਮ ਦੀ ਬਾਣੀ ਪੜ੍ਹ ਕੇ ਵੇਖੋ, ਭਾਈ ਵੀ ਪਿੱਛੇ ਨਹੀਂ। ਆਖੋ ਸਤਨਾਮ। ਚਰਿੱਤਰ ਦਾ ਅਰਥ ਕੀ ਹੈ? ਚਲਾਕੀ, ਚਲਾਕੀਆਂ ਕਰਨੀਆਂ। ਐਡੇ ਸਾਫ਼ ਤਰੀਕੇ ਨਾਲ ਚਲਾਕੀ ਵੀ ਬੰਦਾ ਜਾਣ ਵੀ ਨਹੀਂ ਸਕਦਾ ਇਹ ਬੰਦਾ ਇਹ ਕੰਮ ਕਰ ਸਕਦਾ ਹੈ। ਇਹਨੇ ਝੂਠ ਬੋਲਿਆ ਹੋਣਾ। ਕਹਿੰਦੇ ਗੁਰੂ ਸਾਹਿਬ ਕੋਲ ਬੈਠਾ ਬਾਦਸ਼ਾਹ ਚਰਿੱਤਰ ਕਰੀ ਜਾਂਦਾ ਹੈ। ਮਹਾਰਾਜ ਜਦੋਂ ਤੁਸੀਂ ਮਹਿਲਾਂ 'ਚ ਜਾਓਗੇ ਨਾ, ਰਾਣੀਆਂ ਮਹਾਰਾਣੀਆਂ ਤੁਹਾਡੇ ਆਸ-ਪਾਸ ਬੈਠੀਆਂ ਹੋਣਗੀਆਂ ਤੇ ਤੁਹਾਡਾ ਮਨ ਖੇਡਣ ਨੂੰ ਕਰੇਗਾ। ਉੱਥੇ ਬੜੇ ਖੰਡਾਉਣੇ ਨੇ, ਹਰ ਵਸਤੂ ਉੱਥੇ ਹੈ, ਕਿਉਂਕਿ ਬਾਦਸ਼ਾਹ ਨੂੰ ਲੱਗਣ ਲੱਗ ਗਿਆ ਸ਼ਾਇਦ ਸਤਿਗੁਰ ਨਾਰਾਜ਼ ਨੇ ਵੀ ਮਾਤਾ ਜੀ ਪਹਿਲਾਂ ਇਹ ਹੋ ਸਕਦਾ ਹੈ। ਤੁਸੀਂ ਵੇਖਦੇ ਹੋ ਤਰਕ ਦਾ ਅਸਰ ਕਿੰਨਾ ਹੈ। ਬਸ ਇੰਜੈਕਸ਼ਨ ਹੈ ਜ਼ਹਿਰ ਦਾ। ਇੱਕ ਵਾਰ ਤਰਕ ਪੈ ਗਈ, ਰੱਬ ਨੂੰ ਰੱਬ ਪਛਾਣਦਾ ਨਹੀਂ। ਸੈਨਾ ਕੋਸ ਦੇਸ਼ ਸਮੁਦਾਏ, ਸਕਲ ਆਪ ਕੇ ਲਖੋ ਸਦਾਏ। ਬੱਚਿਆਂ ਨੂੰ ਤੇ ਤੁਸੀਂ ਪਰਚਾ ਸਕਦੇ ਹੋ। ਕੋਈ ਤੁਹਾਡੇ ਨਾਲ ਨਾਰਾਜ਼ ਨੂੰ ਲਾਲਚ ਦੇ ਦਿਓ, ਤੈਨੂੰ ਆਹ ਦੇ ਦਿਆਂਗੇ, ਆਹ ਰੱਖ ਲਈ, ਆਹ ਕਰ ਲਈ, ਪਰਚ ਜਾਏ, ਖੁਸ਼ ਹੋ ਜਾਏ। ਰਾਜਾ ਜੈ ਸਿੰਘ ਸਵਾਈ ਬੱਚਿਆਂ ਵਾਲੀ ਥਿਊਰੀ ਗੁਰੂ ਸਾਹਿਬ ਤੇ ਵਰਤ ਕੇ ਵੇਖਦਾ। ਕਿਉਂ? ਮੱਤ ਤੇ ਪਰਦਾ ਪੈ ਗਿਆ। ਆਖੋ ਸਤਨਾਮ। ਕੱਲ ਤੱਕ ਜਾਣਦਾ ਸੀ ਮੇਰੇ ਸਤਿਗੁਰ ਰਾਜੇ ਮਹਾਰਾਜਿਆਂ ਦੀ ਪਰਵਾਹ ਨਹੀਂ ਕਰਦੇ, ਉਮਰ ਛੋਟੀ ਕੀ ਹੋਇਆ, ਆਪ ਪਰਮੇਸ਼ਰ ਨੇ। ਅੱਜ ਸੋਚਦਾ ਮਰਜ ਨਾਰਾਜ਼ ਨੇ, ਮੈਂ ਖੁਸ਼ ਕਰ ਦਿਆਂਗਾ। ਮੈਂ ਆ ਗਈ ਨਾ ਹੁਣ, ਇਹ ਮੈਂ ਟਿਕਣ ਦਿੰਦੀ ਨਹੀਂ। ਸਭ ਸਮਾਜ ਜੁਟ ਮੈਂ ਹੋ ਦਾਸ, ਚਾਹੋ ਕਹੀ ਜੈ ਤੂੰ ਮਮ ਪਾਸ। ਕਹਿੰਦੇ ਬੈਠੇ ਬੈਠੇ ਸਤਿਗੁਰ ਜੀ ਆਪਣਾ ਹੱਥ ਧਰਤੀ ਤੇ ਹਿਲਾਈ ਜਾਂਦੇ। ਇਹਦਾ ਮਤਲਬ ਕੀ ਹੈ?
ਇਹਦਾ ਸਾਫ਼ स्पष्ट शब्दां च मतलब हुंदा है कोई तुहानू गल सुनाए ते तुसी धरती ते हथ मारो भाव गल सुन के अनसुनी सुन के इग्नोर कर रहे हो आखो सतनाम असर नहीं फिर कहना पैंदा दूजे नू हथ रोक मैं तेरे नाल गल करदा तू की करदा है। एक गल होर अज दे समय च हिसाब ला लिया करो तुसी किसी नू गल सुनाओ ते कोई बैठा फोन ते पंगे लई जावे सीधियां गल्लां चुप कर दिया करो क्यों तुहाडे मगज मारन दा कोई फायदा नहीं वो तुहानू इग्नोर करके अपने फोन ते लग्या होया आखो सतनाम जे कोई तुहाडी गल सुनेगा अख च अख पा के गल सुनेगा जदों ध्यान किते होर फोन ते वेखदा हां जी करी जदा पूछ लो मैं की है पता ही कुछ नहीं हां जी पता है जी ठीक है जी बहुत वधिया जी ਇਹੋ ਜਿਹੇ ਲੋਕਾਂ ਨਾਲੋਂ ਸਮਾਂ ਖਰਾਬ ਕਰਨ ਦੀ ਲੋੜ ਨਹੀਂ ਹੁੰਦੀ ਨਾਮ ਜਪ ਲਿਆ ਕਰੋ ਸੇਵਾ ਕਰ ਲਿਆ ਕਰੋ ਤੇ ਗੁਰਮੁਖੋ ਗੁਰੂ ਸਾਹਿਬ ਇਗਨੋਰ ਕਰ ਰਹੇ ਧਰਤੀ ਤੇ ਹੱਥ ਮਾਰ ਰਹੇ ਨੇ ਭਾਵ ਤੇਰੀ ਗੱਲ ਸੁਣੀ ਨਹੀਂ ਰਾਜਾ ਸਿਆਣਾ ਸੀ ਉਹਨੇ ਸੋਚਿਆ ਵੀ ਐਸੀ ਕੀ ਨਾਰਾਜ਼ਗੀ ਮਰਦ ਦੀ ਮੇਰੇ ਨਾਲ ਹੈ ਪਹਿਲਾਂ ਦਰਵਾਜ਼ਾ ਨਹੀਂ ਸੀ ਖੋਲਦੇ ਜੇ ਦਰਵਾਜ਼ਾ ਖੁੱਲ ਗਿਆ ਹੁਣ ਮੇਰੇ ਨਾਲ ਨਹੀਂ ਬੋਲਦੇ ਉਹ ਕਾਜ ਜਿਉ ਤਨਕ ਜਨਾਏ सब तज किसको करो उपाय सतगुरां नूं पुछदा कहंदा मर्द कोई गलत तां नहीं हो गया इशारा मर्द ने सिर हिला के कीता कहंदे चंगा भी कद होया आखो सतनाम चंगा होया की है मनुख नाराज कदों हुंदा है इत्थे बड़े बड़े नाराज होए आ जिहड़ी नाराजगी हसना ते परेशान होना इह ते ऋषियां मुनियां विच भी सी भगवान विच भी सी देखो ते सही इतिहास पढ़ के राम चंद्र दी बनवास ते किस गल तो मां नहीं खुश सी माता नूं पता सी ये मेरा सगा पुत नहीं मतरेया पुत है ते मां दी नाराजगी करके नाराजगी दिल च लेके चले गए 14 साल मुड़ के नहीं आए पता सी पिता सब कुछ जानता पर मजबूर है कुछ कर ही नहीं सकता तुर पे नाराज हो गए नाराजगी सी ना नहीं बादशाह दा पुत होवे ते जंगलां दे पत्ते खावे सुनिया किते 14 साल का बनवास कटिया पिता प्रेम करता सी मजबूर सी दुनिया तो तुर गया मां दी सेहत ते असरे कोई नहीं आखो सतनाम वो ते अपने पुत भरत नूं राज दबाउणा चाहुंदी सी एक कारण सी गुरमुखो सतगुर नाराज सी मर्द ने इशारा ते करता पर बोले नहीं किदे ना बोली वो जिहदे ते यकीन करके जिन्हों प्रेम करके दिल्ली चल के आए अज जो ही परखण बह गया वो रंगजेब परख दा कोई गुस्सा नहीं सी वो है विरोधी ते राम राय परख दी कसवट्टी लाउंदा कोई परवाह नहीं सी उन्हां नूं शर्तां ही नहीं सी गुरु करते जे शर्तां वाला भी गुरु नूं परखण ते आ गया आ हालात हुंदे ने ओ जिहदा रब रुस जे दुनिया जिन्नी मर्जी मनाई जाए कदे सुखी नहीं हुंदा आखो सतनाम रब मनाओ अज लोकी कहते जी रब मनाउणा सौखा है पर यार मनाउणा औखा है ते भुलेखे ने गुरमुखो बुल्ले शाह नूं पुछ के देखो कहता जे मैं रब मनाउणा होवे मैं ते कंजरी बन के भी नचा पर मन जावे वो मन जावे क्यों नाराज क्यों हुंदा परमात्मा जदों मनुख मनमुख बिरती विच आके माड़े कर्म करदा प्रभु इग्नोर करना शुरू कर दिंदा है रब जिहनूं इग्नोर करे ध्यान रखियो जिंदगी विच ओ बंदा कदे सुखी नहीं हुंदा ते सारा कुछ हुंदियां होयां भी दुखी रब दे प्यारे सुखी क्यों ने ओदी नजर विच ने ओदी नजर विच जे सतगुर नदर करे जिथे गुरु दी सतगुर दी नदर है उथे बचन मर्द ने किया अनवे करके अर्थ होणगे लख खुशियां पातशाहियां उथे लखां खुशियां वड्डियां वड्डियां पातशाहियां खिरते दियां पातशाहियां ने संसार दियां नहीं मर्द अगे कहंदे जे सतगुर नदर करे नदर दा फर्क है ना ते जिन्हां ते नदर नहीं हुंदी उन्हां बारे मर्द कहंदे नदर पट्ठी दे करे सुल्ताना काहो कराएदा दर मंगण भिख ना पाएदा वो जिन्हां ते ओदी नजर पट्ठी कहिए पुट्ठी हो गई टेढ़ी हो गई उन्हां राजियां नूं भीख मंगियां भी किसे भीख नहीं दित्ती आखो सतनाम बादशाह होके घाह खाण लग पे राजा शाहजहां सी ना जदों दिल्ली तो लाहौर लेके गए सी छोलियां दे खेत विच बैठा घाह खांदा सी उन्हें तर्क कीती सी पंक्ति ते किवें हो सकदा है जदों भुखा मर गया ना पुੱਤ दे राज विच सजाए मौत पाउंदा सी उस दिन पछतावा कीता सतगुरां सच किया मैं ही शंका कर लिया अज राजा जय सिंह सवाई शंका करी बैठा सी अजे भी मत न आई चाहो संग राख्यो रस रंग उत की चिंतना करो निसंग फिर सतगुर बोले
कहते राजन दुनिया की गल की करिए, इसे करके जमाने ते एतबार नहीं, किसी को अपना बना लो कोई बनता ही नहीं। आखो सतनाम, एक ऐसा बचन गया जिहड़ा है बड़ा दूर अंदेशी दा सी। तो की गल सी, सतगुरां ने राजे नूं अपना बनाया, राजा भी औरंगजेब नाल जा मिलिया, भावे सारा नहीं मिलिया, थोड़ा जिहा रल गया ना, परखते करन लग गया ना। सतगुर कहते दुनिया दा की है, अज होर ते कल नूं होर है, आपके कारज आप पुजावो, अपनो निको क्यों ना बनावो। महाराज तुसी दुनिया नूं सुख दे रहे, सारा जमाना तुहाडे कोल आ के कारज सफले होण दी अरदास करदा, तुसी आप क्यों दुखी बैठे। राजा बोले, महाराज हस के कहंदे अगो, कहंदे सानू ते कोई रोग दुखी नहीं कर सकदा, सानू ते दुखी तत्ती तवी ने नहीं कीता। आखो सतनाम, वचन कह दिता। अजे भी राजे दी मत ते परदा ही है, गल समझ नहीं पाया। हमरे मैं क्या सख्त गुसाई, जो रावण के होए सहाई। सतगुर जी ने जदों ये वचन आखिया को राजा अपनी सियाणप नाल कहंदा, महाराज साडे च ते इन्नी शक्ति नहीं, असीं तुहानू समझा सकीए, कोई गल कर सकीए, बस बंदे च इन्नी की शक्ति है भी वो चलाकी कर सकदा। आखो सतनाम, मैं तुझे तो गल छुपा ला ते मेरा भेद ना कोई जाने, इहदी चलाकी है ना, ये आपां सारे कर सकदे हां। जे गल समझाउण दी आ जे जी बच्चियां नूं मैं नहीं समझा सकदा, दूजे नूं मैं नहीं समझा सकदा, क्यों? अपनी नलायकी दा पता है सानू भी असीं अपने लोग ही माड़ा मोटा काम करदे, दूजे दा असीं की कर सकदे। पर गुरमुख जाने रब दे प्यारे, वो अपना जीवन सुधार दे ते दूजे नूं भी सुधार दे, इन्ना ही फर्क हुंदा है। राजा कहंदा महाराज मैं ते समझा भी नहीं सकदा, मेरा जोर भी कोई नहीं, केवल दास देन वड्याई, श्री मुख ते कुछ देओ फरमाई। ठीक है सतगुर जी मेथों गलती कोई होगी होनी, पर एक बोल ते मेरे पक्ष दा बोल दिओ ना, मैनू खुशी हो जे भी तुसी अज भी उन्ना ही प्यार करदे हो जिन्ना पहलां करदे सी। सतगुरां ने अख भर के वेखिया, फिर भी नहीं समझिया भी महाराज की नाराजगी मेरे नाल है। आखो सतनाम, अजे भी सोची बैठा मर्द ने किते होर नाराजगी होनी, किसी ने कुछ कहता होना, मैं दुख बना लना, कोल हो के बह गया। चरण फड़ के कहंदा महाराज तुसी मेरे महलां च चलो। किन्हां नूं कहंदा है? वो जिहड़े राज भाग नूं त्यागदे ने, जिन्हां नूं राज भाग दे सुखां दी उम्मीद नहीं कोई, चाह नहीं कोई, उन्हां नूं अज कहंदा महाराज तुसी मेरे महलां च चलो, सारा कुछ ही भुल जाओगे। बस आही बंदे दी बात है, चार पैसे जेब च आ गए वो रब नूं भुल जांदा। आखो सतनाम, माया जेब च आई सारा जमाना ही अपना लगन लग जाता, एक रब बगाना हो जाता है। जद माया ना होवे कहता जी दुनिया बड़ी मतलबी, संसार बड़ा चलाक है, बस एक रब धोखा नहीं करदा। आखो सतनाम, सुनदे हो ना तुसीं? ये गल बंदा कदों कहंदा है? जदों दुनिया दी माया साथ चढ़, जदों रब नूं मित्र कहंदा है, जदों माया आ जे कहंदा जी रब दा की है, जदों मर्जी जप लो, नाम ही जपना है, बाकी संसार अपना है। अज राजा माया विच खेडण लग्या होया, गुरु दी समझ नहीं आउंदी। आप मिल बेको शाहू ना चात, तुमरी मर्जी विखै उमाहत। जदों सतगुर बहुता खुश ना होए फिर राजा बोलिया, कहंदा महाराज तुहाडी अपनी मर्जी, बादशाह नूं मिलो ना मिलो मैं धक्का नहीं करदा। किते इसे गल दी नाराजगी ना होवे महाराज भी औरंगजेब नाल तू मुलाकात कराउणी चाहुंदा है, शहजादे नूं लै आया, दिमाग उधर चले गया। गल जिहड़ी टिकाणे दी है उत्थे सुरत नहीं आउंदी। जे कर मुझ ते भये बिगारे, शिवो आप जो बुध उधारे। सतगुर जी जे मेरे कोल कोई गलती होगी, औरंगजेब कोल जाके कोई ओहदे पक्ष दी गल कह होगी ते मैनूं क्षमा कर दिओ। अगो सतगुरां ने कहा, कहते राजन दुनिया विच माफ उसे नूं करिया जांदा है जिहड़ा एक बार सॉरी माफी मंग के वो काम दोबारा ना करे। आखो सतनाम, उसे नूं करिया जांदा ना माफ, जिहड़ा अज गलती करके शाम नूं कहदे माफ कर दिओ जी, दूजे दिन फिर उही करतूत करके कहदे माफ कर दो जी। कौन करदा माफ? ना कोर्ट करे, ना कचहरी करे, ना दरगाह करे। तीजी बार ते हर कोई एक बार वेख लैंदा है, पर तीन बार तो काम बाते फिर कौन पुछदा कि इहदा ते काम ही रोज दा, इहदी मर्जी करदा हर गल च। कहंदा महाराज एक बार माफ कर दिओ। सतगुर कहंदे भाई माफी ओनू बख्शी जांदी जिहड़ा एक बार गलती करे, जिहड़ा जान जान के ते वार वार करे ओदे हाल की ने। देन ना दर्शन तुका, पुजो
नेम एकीन जो तुरका। ਸਤਿਗੁਰੂ ਕਹਿੰਦੇ ਭਾਈ ਬੇਸ਼ੱਕ ਤੂੰ ਹੁਣ ਜ਼ੋਰ ਵੀ ਲਾ ਲਾ ਔਰੰਗਜ਼ੇਬ ਨੂੰ ਮਿਲਾਉਣ ਦਾ, ਜੇ ਅਸੀਂ ਆਪਣੇ ਬਚਨਾਂ ਤੇ ਖਰਿਆਂ ਤੇ ਖਰੇ ਰਵਾਂਗੇ। ਆਖੋ ਸਤਨਾਮ। ਕਹਿੰਦਾ ਮਰ ਜਾ ਇੰਨੀ ਨਾਰਾਜ਼ ਮੇਰੇ ਨਾਲ। ਸਤਿਗੁਰ ਕਹਿੰਦੇ ਰਾਜਨ ਕੱਲ ਤੱਕ ਅਸੀਂ ਸਮਝਦੇ ਸੀ ਤੇਰੇ ਮੇਰੇ ਚ ਫਰਕ ਕੋਈ ਨਹੀਂ, ਤੂੰ ਪ੍ਰੇਮ ਕਰਦਾ, ਅਸੀਂ ਤੇ ਭੋਜਨ ਪ੍ਰੇਮ ਦਾ ਕਰਦੇ ਆ, ਤੂੰ ਕਪਟ ਕਿਉਂ ਕਰਨ ਲੱਗੇ? ਤੇਰੇ ਤੇ ਔਰੰਗਜ਼ੇਬ ਦਾ ਛਾਇਆ ਕਦੋਂ ਪੈ ਗਿਆ? ਇਤਿਹਾਸਿਕ ਸੁਣ ਕੇ ਨਿਰਪ ਬੈਨ ਸ੍ਰੀ ਸਤਿਗੁਰ ਉਠਾਏ ਨੈਣ। ਜਦੋਂ ਇੰਨੇ ਕੁ ਵਚਨ ਹੋਏ ਫਿਰ ਸਤਿਗੁਰਾਂ ਨੇ ਨਜ਼ਰ ਭਰੀ ਬਾਦਸ਼ਾਹ ਵੱਲ, ਹੁਣ ਸਿੱਧੇ ਹੋ ਗਏ। ਕਹਿੰਦੇ ਰਾਜਨ ਬਹਿ ਜਾ, ਇੱਥੇ ਆ ਜਾ। ਘਰੀ ਵੀ ਜਾਏ ਵੀ ਮਹਾਰਾਜ ਹੁਣ ਕਰਮ ਸੁਭਾਅ ਦੇ ਹੋਏ ਲੱਗਦੇ, ਹੁਣ ਤੱਕ ਤੇ ਬੜਾ ਕੁਝ ਸੁਣੀ ਜਾਂਦੇ ਸੀ, ਕੁਝ ਫੇਰ ਤਾਂ ਨਹੀਂ ਗਲਤ ਬੋਲਦਾ। ਫਿਰ ਸੋਚਦਾ ਕਹਿੰਦਾ ਜਦ ਵੀ ਔਰੰਗਜ਼ੇਬ ਮਾੜੇ ਦੀ ਗੱਲ ਕਰ ਲੋ ਕੋਈ ਨਾ ਕੋਈ ਨਾਰਾਜ਼ ਹੋ ਜਾਂਦਾ। ਆਖੋ ਸਤਨਾਮ। ਆ ਮਾੜੇ ਬੰਦੇ ਦਾ ਜਦੋਂ ਵੀ ਤੁਸੀਂ ਕਿਤੇ ਜ਼ਿਕਰ ਕਰੋਗੇ ਨਾ ਸੱਚਾ ਬੰਦਾ ਨਾਰਾਜ਼ ਹੋਏਗਾ ਹੀ, ਪ੍ਰੇਮ ਕਰਨ ਵਾਲਾ ਨਾਰਾਜ਼ ਹੋਏਗਾ। ਕਹਿੰਦਾ ਗੁਰੂ ਸਾਹਿਬ ਜੀ ਮੈਂ ਹੁਣ ਔਰੰਗਜ਼ੇਬ ਦੀ ਗੱਲ ਨਹੀਂ ਕਰਦਾ। ਮਰਦ ਕਹਿੰਦੇ ਇੱਥੇ ਇੱਕ ਔਰੰਗਜ਼ੇਬ ਨਹੀਂ, ਪਤਾ ਨਹੀਂ ਕਿੰਨੇ ਘਰ ਘਰ ਫਿਰਦੇ। ਆਖੋ ਸਤਨਾਮ। ਵਚਨ ਕਿਹਾ ਗੁਰੂ ਸਾਹਿਬ ਨੇ, ਇਸ ਲਈ ਕਿਹਾ ਸ਼ਾਇਦ ਮਾਤਾ ਜੀ ਸ਼ਾਇਦ ਅਕਲ ਟਿਕਾਣੇ ਆ ਜਾਵੇ। ਪੁੱਤ ਦਿਸ਼ਾ ਦੇਖ ਕਰ ਕਹਿਓ ਗੁਰੂ ਸੰਤਨ ਜੋ ਛੁਪਾਵਨ ਜਇਓ। ਸਤਿਗੁਰਾਂ ਹੁਣ ਅਗਲਾ ਵਚਨ ਐਡਾ ਕੀਮਤੀ ਆਖਿਆ। ਕਹਿੰਦੇ ਉਹ ਰਾਜਨ ਸਾਧੂ ਜਿਹੜੀਆਂ ਚੀਜ਼ਾਂ ਨੂੰ ਛੁਪਾਉਂਦੇ ਨੇ ਛੁਪਾ ਲੈਣ ਦਿਆ ਕਰੋ ਉਹਨਾਂ ਨੂੰ। ਜਮਾਨੇ ਤੋਂ ਬੜਾ ਕੁਝ ਮਹਾਂਪੁਰਖਾਂ ਨੇ ਛੁਪਾਇਆ ਹੁੰਦਾ, ਜਿਹੜੇ ਪੱਕੇ ਸਾਧੂ ਨੇ ਰੱਬ ਨਾਲ ਜੁੜੇ ਹੋਏ ਨੇ। ਦੁਨੀਆ ਜ਼ੋਰ ਲਾਉਂਦੀ ਹੈ ਸਾਧੂ ਦਾ ਪਰਦਾ ਖੋਲੀਏ, ਜਾਂ ਬਦਨਾਮ ਕਰਦੀ ਜਾਂ ਕਰਾਮਾਤ ਵੇਖੀਏ। ਕਹਿੰਦੇ ਕਦੇ ਸਾਧੂਆਂ ਦਾ ਅੰਤ ਨਹੀਂ ਲਈਦਾ। ਸੋ ਜਗ ਕੇ ਨਰ ਚੈ ਬਿਦਤਾਵਨ ਪਰ ਪੂੰਜੀ ਕਹੋ ਕਰ ਦਰਸਾਵਨ। ਭਾਈ ਸਾਧੂ ਮਹਾਂਪੁਰਖਾਂ ਤੇ ਰੱਬ ਦੇ ਪਿਆਰਿਆਂ ਦਾ ਜੀਵਨ ਆਜ਼ਾਦ ਪੰਛੀਆਂ ਵਾਲਾ ਹੁੰਦਾ ਤੇ ਜਮਾਨਾ ਪਿੰਜਰੇ ਚ ਪਾਉਣ ਨੂੰ ਫਿਰਦਾ, ਕੈਦ ਕਰ ਲਈਏ। ਗੁਰੂ ਸਾਹਿਬ ਕਹਿੰਦੇ ਰਾਜਨ ਕੁਝ ਲੋਕ ਐਸੇ ਹੁੰਦੇ ਨੇ ਆਪਣਾ ਪੈਸਾ ਤੇ ਤਜੋਰੀਆਂ ਚ ਲੁਕੋ ਕੇ ਰੱਖਦੇ ਤੇ ਦੂਜੇ ਦੀ ਪੂੰਜੀ ਵੇਖਦੇ, ਇਹਦੇ ਕੋਲ ਕਿੰਨੇ ਲੱਖ ਦੀ ਐਫਡੀ ਹੈ, ਇਹਦੇ ਕੋਲ ਪ੍ਰਾਪਰਟੀ ਕਿੰਨੀ ਹੈ। ਸਮਝ ਰਹੇ ਹੋ ਨਾ ਗੱਲ? ਲਾਲਚੀ ਕਿਸਮ ਦਾ ਬੰਦਾ ਉਹਦੀ ਨਜ਼ਰ ਹਮੇਸ਼ਾ ਦੂਜੇ ਦੀ ਮਾਇਆ ਤੇ ਹੋਏਗੀ, ਦੂਜੇ ਦੇ ਤਨ ਤੇ ਹੋਏਗੀ, ਦੂਜੇ ਦੇ ਧਨ ਤੇ ਹੋਏਗੀ। ਉਹ ਆਪਣਾ ਨਹੀਂ ਵੇਖਦਾ ਮੈਨੂੰ ਰੱਬ ਨੇ ਕੀ ਦਿੱਤਾ, ਦੂਜੇ ਦਾ ਵੇਖਦਾ ਹੈ। ਕਹਿੰਦਾ ਮੇਰੀ ਮਾਇਆ ਨੂੰ ਹਵਾ ਨਾ ਲੱਗੇ ਤੇ ਦੂਜੇ ਦੀ ਮਾਇਆ ਉਛਾਲ ਦੇ, ਪਤਾ ਲੱਗੇ ਇਹਦੇ ਕੋਲ ਕਿੰਨੀ ਹੈ। ਸਤਿਗੁਰ ਇਹ ਗੱਲ ਕਹਿ ਰਹੇ, ਕਹਿੰਦੇ ਸੂਮ ਬਿਰਤੀ ਵਾਲਾ ਬੰਦਾ ਆਪਣੀ ਦੌਲਤ ਆਪਣੀ ਮਾਇਆ ਛੁਪਾ ਕੇ ਰੱਖਦਾ ਏ। ਉਹ ਆਪਣੋ ਧਨ ਦੇ ਦਿਖਾਈ ਕਰ ਪਾਏ ਸਭ ਦੇ ਦੁਰਾਈ। ਮਰਦ ਦੇ ਬਚਨ ਬੜੇ ਡੂੰਘੇ ਸੀ, ਬਾਦਸ਼ਾਹ ਕਿੱਥੇ ਸਮਝ ਸਕਦਾ ਸੀ। ਸਤਿਗੁਰ ਕਹਿੰਦੇ ਹਰ ਬੰਦਾ ਆਪਣੀ ਦੌਲਤ ਛੁਪਾ ਕੇ ਰੱਖਦਾ। ਇੱਥੋਂ ਤੱਕ ਬੰਦੇ ਦਾ ਮਨ ਬੇਈਮਾਨ ਹੁੰਦਾ ਹੈ, ਪਤਨੀ ਨੂੰ ਵੀ ਨਹੀਂ ਪਤਾ ਹੁੰਦਾ ਪਤੀ ਕੋਲ ਕਿੰਨੇ ਕਰੋੜ ਰੁਪਏ ਹੈ, ਕਿੰਨੇ ਲੱਖ ਹੈ, ਇਹ ਥੋੜਾ ਪਤਾ ਹੁੰਦਾ ਹੈ, ਕਦੇ ਨਹੀਂ ਭੇਜ ਦਿੰਦੇ। ਕੋਈ ਕੋਈ ਹੁੰਦਾ ਜਿਹਨੇ ਦੱਸਿਆ ਹੋ। ਬੱਚਿਆਂ ਨੂੰ ਵੀ ਨਹੀਂ ਪਤਾ ਲੋਕਰ ਚ ਕਿੰਨੇ ਪੈਸੇ ਪਏ। ਹਰ ਬੰਦਾ ਪਰਸਨਲ ਅਕਾਊਂਟ ਰੱਖਦਾ, ਮਾਇਆ ਰੱਖਦਾ, ਅਕਾਊਂਟ ਮਨਮੁਖ ਵਰਤੀ ਵਾਲੇ। ਸਤਿਗੁਰ ਕਹਿੰਦੇ ਭਾਈ ਜਿਵੇਂ ਦੁਨਿਆਵੀ ਬੰਦਾ ਆਪਣੀ ਮਾਇਆ ਛੁਪਾ ਕੇ ਰੱਖਦਾ, ਗਵਾਂਢੀ ਨੂੰ ਨਾ ਪਤਾ ਲੱਗ ਜੇ ਮੇਰੇ ਕੋਲ ਪੈਸਾ ਕਿੰਨਾ, ਇਨਕਮ ਟੈਕਸ ਪੈ ਜੂ, ਰੇਡ ਪੈ ਜੂ, ਸ਼ਿਕਾਇਤ ਹੋ ਜੂ, ਚੋਰੀ ਹੋ ਜੂ, ਨਹੀਂ ਦੱਸਦਾ ਨਾ। ਕਹਿੰਦੇ ਸਾਧੂ ਵੀ ਆਪਣੀ ਬੰਦਗੀ ਆਪਣੀ ਕਰਾਮਾਤਾਂ ਨੂੰ ਛੁਪਾ ਕੇ ਰੱਖਦੇ ਨੇ। ਉਹ ਮਨਮੁਖ ਲੋਕ ਆਪਣੀਆਂ ਕਰਤੂਤਾਂ ਖੜਾਈ ਜਾਂਦੇ ਤੇ ਸਾਧੂਆਂ ਨੂੰ ਵੀ ਕਹਿੰਦੇ ਤਮਾਸ਼ਾ ਕਰਦੇ ਹੋ। ਰਾਜੇ ਨੂੰ ਅਜੇ ਵੀ ਨਹੀਂ ਪਤਾ ਲੱਗਿਆ ਵੀ ਮੈਂ ਜਿਹੜੀ ਕਸਵੱਟੀ ਲਾਉਣਾ ਸਤਿਗੁਰ ਗੱਲ ਉਹ ਕਰਦੇ। ਆਖੋ ਸਤਨਾਮ। ਮਰਦ ਕਹਿ ਰਹੇ ਨੇ ਕਿਉਂ ਤੂੰ ਲੋਕਾਂ ਸਾਹਮਣੇ ਕਹਿਣਾ ਚਾਹੁੰਦਾ ਸੀ ਕਰਾਮਾਤ ਵਿਖਾਈਏ। ਸਮਝ ਗਏ ਗੱਲ? ਗੁਰੂ ਸਾਹਿਬ ਇੱਥੇ ਬੋਲਦੇ ਵੀ ਰਾਜਨ ਆਪਣਾ ਵਿਚਾਰ ਬਦਲ, ਕਿਉਂ ਸਾਨੂੰ ਪਰਖਦਾ ਏ। ਪੂਰਾ ਤੇ ਪੂਰਾ ਹੀ ਹੁੰਦਾ ਹੈ, ਪਰਖਿਆਂ ਤੋਂ ਕਿਤੇ ਸਤਿਕਾਰ ਨਹੀਂ ਵੱਧਦਾ, ਸਤਿਕਾਰ ਘਟਦਾ ਏ ਉਹਦਾ। ਤੁਸੀਂ ਆਪ ਤੋਂ ਵੱਡੇ ਤੇ ਸ਼ੰਕਾ ਕਰੋ, ਸ਼ੱਕ ਕਰੋ, ਸਤਿਕਾਰ ਕਰਦੇ ਹੋ? ਸਤਿਕਾਰ ਨਹੀਂ, ਜਲੂਸ ਕੱਢ ਰਹੇ ਹੋ। ਆਖੋ ਸਤਨਾਮ। ਮਰਦ ਕਹਿੰਦੇ ਭਾਈ ਜਿਵੇਂ ਆਪਣੀ ਦੌਲਤ ਕੋਈ ਵਿਖਾਉਣੀ ਨਹੀਂ ਚਾਹੁੰਦਾ, ਕੋਈ ਭੇਦ ਨਹੀਂ ਦਿੰਦਾ, ਬੰਦਗੀ ਵਾਲੇ ਆਪਣਾ ਸਿਮਰਨ ਆਪਣਾ ਨਿਤਨੇਮ ਕਦੇ ਦੱਸਦੇ ਨਹੀਂ। ਪਰ ਧਨ ਕੋ ਦੇਖਣ ਕੇ ਕਾਰਨ ਕਰੈ ਅਨਕ ਵਿਦ ਜੋ ਉਪਚਾਰਨ। ਮਨਮੁਖ ਬੰਦੇ ਦੀ ਕੋਸ਼ਿਸ਼ ਹੁੰਦੀ ਮੈਂ ਦੂਜੇ ਦੀ ਦੌਲਤ ਵੇਖਾਂ ਕਿੰਨੀ। ਹੁਣ ਇੱਕ ਗੱਲ ਦਾ ਧਿਆਨ ਰੱਖਿਓ, ਆ ਸਾਡੀ ਬਿਰਤੀ ਬਹੁਤ ਮਾੜੀ ਹੋ ਗਈ। ਅਸੀਂ ਇਹ ਵੇਖਦੇ ਆ ਜੀ ਦੂਜਾ ਕਿੰਨੇ ਵਜੇ ਅੰਮ੍ਰਿਤ ਵੇਲੇ ਉੱਠਿਆ, ਵੇਖਦੇ ਆ
कदे अपने बारे सोचिया आप किन्ने बजे उठते हैं? एक पाठ की जपजी साहब दा सुखमनी साहब दा कर लिया, ठेका ही ले लिया, तू कीता नितनेम आ नहीं करता जी, एडे बजे नहीं उठदा जी। दूजियां दे पर्दे खोलण वालिया अपने पर्दे फाश करके अपने गुणां नूं भी ऐप बना लेगा, ना विख्या अपने गुण वेख, अपना सिमरन वेख, दूजे नूं वेख के चंगे नूं अपना जीवन बना, माड़े दा ग्राफ वेख के अपना जीवन ना सुट्टी जाना भी ओ दूजे दा झूठा खाई जांदा सी खा लांगे फिर की होऊ, आ काम माड़े करी जांदा सी कर लांगे फिर की होऊ। ये बिरती है ना साडी। सतगुर कहंदे भाई जेड़े लोग दूजे दी माया वेखदे ते अपनी छपाउंदे ने, जग ते नकम्मे लोग हुंदे ने ते ओ अपनी माया दा भी सुख नहीं मान सकदे, नहीं मान सकदे सुख। अजमायो कदे सूप बंदा कदे पैसे करके खुश होए? ਲੱਖਾਂ रुपया रब ने दिता लुको लुको रखी जाता है, मरन तो बाद पुत पोते भी लड़ पे, धी पुत भी लड़ पे, गाला ही कढ़दे कहते बापू जदों दा मरिया जिउंदा भी सुख नहीं दिंदा सी, मर के भी फिक पवा गया। आखो सतनाम, मर के भी पंगे पवा गए। ते गुरमुखो रब दे प्यारे अपनी बंदगी छुपा के रखते ने, शेयर उन्हां नाल करदे ने जिन्हां दी अपनी बंदगी हुंदी है। ते असीं लोग अपना नितनेम नहीं छपाउंदे, रौला पाउंदे फिरदे आ भी जे दूजे नूं टोकांगे तां पता लगू बाबा जी ने वजे उठदे ने। यही है ना रौला भी जे मैं गुरुद्वारे जाके चार नूं पुछना है भी तू आ काम करदा है तां पता लगे कि मैं इस काम विच माहर हां तां पुछदा सी। यही रौला ना ये ना करिया करो, कोशिश करो असी ना वध जपीए, असी बंदगी ज्यादा करिए, साडी सेवा ज्यादा होवे, पर कदे सानू मान जाना होवे। आखो सतनाम, मान ना होवे। दूजे दे पर्दे की खोलने, कोई करे ना करे, जो करू सो भरू। सतगुरां स्पष्ट कह दिता बादशाह वो लोग कदे सुख नहीं पाउंदे जेड़े करामात लाके परखदे ने भी ये साधु दी बंदगी किन्नी है, कि सिख किन्ना नितनेम करदा है। हुण मर्द नूं परखना चाहुंदे सी ना भी गुरु साहब च करामात है कि नहीं, जे है ते राणी पटराणी परख लैणगे, जे नहीं होएगी तां भी पता लगेगा। तनी ना आचो मन है ताही, अनुसारी होए दुख तिस नाही। दूजी गल सतगुरां होर कह दित्ती, कहंदे सूम बंदा जिंदगी च कदे सुखी नहीं हो सकदा। जेड़ा बंदा लालच करके हर बंदे दी जेब ते नजर रखदा ना, इत्थों माया मिल जे, ओ तो मिल जे, इहनूं लुट ला, आ वाजे मेरे कोल माया लेके सामी, ए जिहदी सोच आ ना ओ बंदा लखां की करोड़ां की अरबां खरबां दरबां दा मालिक भी बन जे, जिंदगी च रोना रहना ही रहना। आखो सतनाम। ओ जिहने सबर दा फल मिठा करके मन लिया, जेब दे विच 10 रुपए ने, 10 20 10 लाख वर्गे ने, उन्होंने अपने सतगुर ते मान है। लालच नहीं, किसे वाल वेख के रोंदा नहीं। सूम बंदे दी जिंदगी की आ, सब कुछ हुंदियां होया भी किसी नूं चाह दा कप नहीं पिला सकदा। करोड़ां रुपया अकाउंट विच होवे, किसी नूं एक टाइम दा फुलका नहीं खवा सकदा। पर जेड़ा रब दे रंगां विच रहिंदा, माया दा लालच नहीं करदा, वो आप भी रजदा ते दूजे नूं रजा के सौंदा। आखो सतनाम। ओ जिन्हां दी अपनी बंदगी दूजे नूं जपाउंदे ने, नाम जपाउंदे, सेवा कराउंदे ने, जिहदा अपना नितनेम नहीं, अपनी सेवा नहीं, दूजे दे तरका ही करी जाणगे। तूं करदा कि नहीं करदा, किन्ने वजे उठदा है, रोब नाल थोड़ा पुछीदा। ये चीज दा काहदा मान, अज मैं सवेरे 2 वजे उठा ते दूजे ते रोब झाड़ा, अज ते रोब झाड़ लिया, अज ते दसदा जी मैं 2 वजे उठदा, सवेरे अलार्म 8 वजे दा ही वजू। आखो सतनाम। जगाया भी जागनी आ, कदे वेखियो करके हमें छोटी जी की बनदा, जाग नहीं आउंदी दूजे दिन। गुरु ते मान होवे सतगुर जी, जेहो जा जीवन सानू बख्शे दूजे नूं दे दिओ। ये होया ना, ये ते बड़ी सिੱਖੀ वाली गल। असीं ते हर बंदे ते कसवट्टी ला के वेखदे, किन्ना क पाठ करदा है जी, ये किन्नी क शरधा रखदा है, सानू की लैणा भाई। मिठियां ते प्रेम दियां गुरु दियां गल्लां करो, जे नहीं कोई करदा उहने करन लग जाना चंगे काम। सतगुर समझाउण लगे, कहंदे राजन साधुआं नूं कदे नहीं परखीदा, कदे अजमाईदा नहीं। कहयो गुरु को समझो राय, तो नटी विद को चित चाहे। बादशाह गल हुण समझिया भी रौला ते अपने कल वाले काम दा ही। आखो सतनाम। सोचदा कहंदा जे ना कीता ते बादशाह नाराज हो जू, वेखी जाऊं मर्द ते बोलण लग गए, परख ते लवांगे हुण, पिछे थोड़ा हटना है, बदनामी ते होएगा ही। पर मर्द ने एक गल कह दित्ती, कहीं भी इशारे च है भी जदों किसे नूं परखण ते आ जाओगे नुकसान होएगा।
किसी मायाधारी बंदे की माया पता करन लग जाए, कोल प्रॉपर्टी कितनी, माया कितनी, की होएगा? कतल हो जाएगा, मरवा देगा अगला भी, ते मेरा जलूस कड्ढण नूं फिरदा है। यही कुछ हुंदा ना दुनिया च, समाज च। जदों कोई रब दे प्यारे दी भगती फुल्लण ते आ जाए, अंत लैण ते आ जाए, कोई अंत करन वाले अपना अंत करा बहिंदे, बुरा करा बहिंदे। राजे ने सुनिया भी सब कुछ, समझिया भी सब कुछ, पर मत ने काम नहीं किया भी माफी मंगला। माफी नहीं उन्हें मंगी। ਉਹਦੇ भी सियाना समझदा, कहता चलो माड़ी मोटी गल दा की है, कहता गुरु जी चलिए। सतगुर कहते चल फिर चलिए। आखो सतनाम। अजे भी जे चंगा हुंदा ते चरण फड़ लैंदा महाराज, मैं ते बहुत बड़ा पाप करन चले आ, गुनाह करन चले आ, इन्ना समझा भी तुसीं दित्ता, जाणदे भी जिथे पता लग जाए ना भी साडी गलती दा पर्दा रहना नहीं, उत्थे पहलां ते गलती करनी नहीं चाहिए। जे हो जे ते निमरता च माफी मंग लो, वादा कर लो जी अगे तो नहीं करता, तां प्रेम बनया रहिंदा है। पर राजा जय सिंह सवाई जाने अनजाने जो गलती करन चलिया, ध्यान दे के सुनियो, साखी बहुत बार सुनी होनी, पर अज कवि जी बोला बोल के दस रहे ने, कहते जेड़ा रोग इस राजे नूं लग्या, जिंदगी चो किसी होर नूं नहीं सी लग्या। सतनाम। परखदा सी ना, कदे नहीं परखीदा हुंदा साधुआं, कदे नहीं परखीदा हुंदा सिखां नूं, जिहड़े जीवन विच पूरे ने, कोई उन्हां दे ते बचनां च सद्दिया हुंदी। जे एक नूं कहंदा गुरु वाला बन जा, अगला कहंदा सत बचन नहीं, गुरु की गल सुनाती जुड़ गया। जिहदे अंदर प्रेम है, जिहड़ा है ही साडे वर्गा खाली भांडा, पता नहीं किन्नियां ने मांजिया किन्नियां ने मांजना। सतनाम। जिथे जाके अपनी चर्चा सुनाउणी, लोग कहंदे चुप कर, ओए तैनूं बड़ा पता है, पुराने ग्रंथ च गल लिखी पता है ना जी, मैं चुप हो जा। बस आई अज दे समय दो किताबां पढ़ के हर कोई विद्वान बनया फिरदा, कथा करनी। ਇਹਦੇ ਗੁਰੂ ਸਾਹਿਬ ਦੀ ਕਿਰਪਾ ਹੈ, ਸਿੱਖ ਸੰਗਤਾਂ ਤੇ ਗੁਰਸਿੱਖਾਂ ਤੇ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਅੱਜ ਦੇ ਸਮੇਂ 'ਚ ਸਿੱਖੀ ਦਾ ਪ੍ਰਚਾਰ ਕਰਨਾ ਕੱਚ ਤੇ ਤੁਰਨ ਵਾਲਾ ਕੰਮ ਹੈ। ਜਿਹੜੇ ਹਾਲਾਤ ਬਣ ਗਏ ਨਾ, ਲੱਗਦਾ ਸਾਰਾ ਕੁਝ ਛੱਡ ਕੇ ਖੇਤੀ ਕਰਨੀ ਪੈਣੀ। ਆਖੋ ਸਤਨਾਮ। ਸਿੱਖਾਂ ਦੇ ਹਾਲਾਤ ਹੀ ਇਦਾਂ ਦੇ ਹੋ ਗਏ। ਬਸ ਇੰਨੀ ਕਥਾ ਸਾਨੂੰ ਨਹੀਂ ਆਉਂਦੀ ਜਿੰਨੀ ਤੁਸੀਂ ਸੁਣਾਈ ਜਾਂਦੇ ਹੋ, ਇੰਨੀ ਵਿਚਾਰ ਦਾ ਸਾਨੂੰ ਨਹੀਂ ਪਤਾ ਹੁੰਦਾ ਜਿੰਨਾ ਤੁਹਾਨੂੰ ਪਤਾ ਹੁੰਦਾ। ਕਿਉਂ? ਜਦੋਂ ਤੁਹਾਡੀ ਕੋਈ ਇੱਕ ਤਰਕ ਵਾਲੀ ਗੱਲ ਕਿਸੇ ਪ੍ਰਚਾਰਕ ਦੇ ਸਾਹਮਣੇ ਜਾਂਦੀ, ਉਹ ਸੋਚਦਾ ਮਨਾ ਮੇਰਿਆ ਕਿਹਨਾਂ ਪਿੱਛੇ ਲੱਗਿਆ ਹੋਇਆ ਹੈ, ਗੁਰੂ ਦੀ ਗੱਲ ਸੁਣਾਉਣਾ ਤੈਨੂੰ ਸੁਖੀ ਨਹੀਂ ਹੋਣ ਦਿੰਦੇ। ਅੱਜ ਸਾਡੇ ਪ੍ਰਚਾਰਕਾਂ ਦੀ ਤਰਸਯੋਗ ਹਾਲਤ ਹੋਈ ਪਈ। ਕਿਉਂ? ਲੋਕੀ ਘਰੇ ਬ੍ਰਹਮ ਗਿਆਨੀ ਬਣ ਬੈਠੇ। ਆਖੋ ਸਤਨਾਮ। ਉਹ ਕਿਉਂ ਤਰਕਵਾਦੀ ਨੇ? ਉਹਨਾਂ ਦੇ ਜੀਵਨ ਵਿੱਚ ਨਾਮ ਨਹੀਂ, ਸਿਮਰਨ ਨਹੀਂ। ਜਿਨ੍ਹਾਂ ਨੇ ਨਾਮ ਜਪਿਆ, ਸੇਵਾ ਸਿਮਰਨ ਕੀਤਾ, ਉਹਨਾਂ ਦਾ ਜੀਵਨ ਨਿਮਰਤਾ ਵਾਲਾ ਹੈ। ਵਾਹਿਗੁਰੂ 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 ਵਾਹਿਗੁਰੂ। ਸਮੇਂ ਦੀ ਸਮਾਪਤੀ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਸੈਂਕੜੇ ਭੁੱਲਾਂ ਚੁੱਕਾਂ ਦੀ ਖਿਮਾ। ਇੰਨੀਆਂ ਹਾਜ਼ਰੀਆਂ ਪ੍ਰਵਾਨ ਜੀ ਕਹਿਓ ਗੁਰੂ ਕੋ ਸਮਝਿਓ ਰਾਏ,
तौ नटी विद को चित चाहे। वाहिगुरु जी का खालसा वाहिगुरु जी